ਸਤਨਾਮ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਡੰਡਾਉਤ ਬੰਦਨ ਆਨਿਕ ਬਾਰ, ਸਰਬ ਕਲਾ ਸਮਰੱਥ, ਡੋਲਣ ਤੇ ਰਾਖੋ ਪ੍ਰਭੂ। ਨਾਨਕ ਦੇ ਕਰ ਹੱਥ, ਭਾਵ ਸੁਹਾਵੇ ਜਾਂ ਤਾਉ ਧਿਰ ਜੁਲਦੇ। ਸੀਸ ਸੁਹਾਵਾ ਚਰਨੀ, ਮੁਖ ਸੁਹਾਵਾ ਜਾਂ ਤਾਉ ਜਸ ਗਾਵੈ। ਜਿਉ ਪਾਇਆ ਤਾਉ ਸ਼ਰਨੀ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਬਿਸਰ ਨ ਜਾਏ। ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਬਿਸਰ ਨ ਜਾਈ। ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਬਿਸਰ ਨ ਜਾਈ। ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਬਿਸਰ ਨ ਜਾਈ। ਸੋ ਮੈਂ ਬਿਸਰ ਨ ਜਾਈ, ਸੋ ਮੈਂ ਬਿਸਰ ਨ ਜਾਈ। ਸੋ ਮੈਂ ਬਿਸਰ ਨ ਜਾਈ, ਸੋ ਮੈਂ ਬਿਸਰ ਨ ਜਾਈ। ਸੋ ਮੈਂ ਬਿਸਰ ਨ ਜਾਈ, ਸੋ ਮੈਂ ਬਿਸਰ ਨ ਜਾਈ। ਸੋ ਮੈਂ ਬਿਸਰ ਨ ਜਾਈ। ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਬਿਸਰ ਨ ਜਾਈ। ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਬਿਸਰ ਨ ਜਾਈ। ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਬਿਸਰ ਨ ਜਾਈ। ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਬਿਸਰ ਨ ਜਾਈ। ਤੀਰਥ ਨਾਵਾਂ ਜੇ ਤਿਸ ਭਾਵਾਂ, ਮੇਰ ਪਾਣੇ ਕੇ ਨਾਏ ਕਰੀ। ਜੇਤੀ ਸਿਰਠ ਉਪਾਈ ਵੇਖਾਂ, ਮੇਨ ਕਰਮਾ
के मिलै लई मत विच रतन जवाहर माणिक एक गुर की सिख सुनी गोरा एक देह बुझाई सावना जिया का एक दाता सो मैं बिसरन जाई हर एको दाता सेविया हर एक त्याइया हर एको दाता मंगिया मन चिंदिया पाइया जे दूजे पासों मंगिया लाज मराइया जल थल महियाल पूरिया स्वामी सिरजनहार माणिक पात होए पसरिया नानक एकंकार कारण कारण प्रभ एक है दूसर नहीं कोई नानक ते सबलिहार ने जल थल महियल सोए ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੀ ਹਜ਼ੂਰੀ ਵਿੱਚ ਸੁਸ਼ੋਭਿਤ ਗੁਰੂ ਪਿਆਰੀ ਸਾਧ ਸੰਗਤ ਜੀ ਬੜਭਾਗੇ ਹਾਂ। ਸਤ ਸੰਗਤ ਦੇ ਮਹਾਨ ਤੀਰਥ 'ਤੇ ਪਹੁੰਚੇ ਹਾਂ। ਆਪਣੀਆਂ ਸੁਰਤੀਆਂ ਨੂੰ ਇਕਾਗਰ ਰੱਖਦੇ ਹੋਏ ਆਪਸ ਵਿੱਚ ਪਾਈਏ ਫਤਿਹ ਦੀ ਸਾਂਝ। ਪ੍ਰੇਮ ਤੇ ਸਤਿਕਾਰ ਨਾਲ ਸਾਰੀ ਸੰਗਤ ਬੋਲਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਸਾਧ ਸੰਗਤ ਸਤ ਸੰਗਤ ਦੀਆਂ ਅਮੋਲਕ ਘੜੀਆਂ ਪ੍ਰਾਪਤ ਹੋਈਆਂ। ਕੱਲ੍ਹ ਤੋਂ ਆਪਣੀ ਵਿਚਾਰ ਦੀ ਜੋ ਲੜੀ ਸ਼ੁਰੂ ਹੋਈ ਹੈ, ਗੁਰਦੁਆਰਾ ਸਾਹਿਬ ਜੋ ਇੱਕ ਸੰਸਥਾ ਹੈ, ਇਹਦੇ ਬਾਰੇ ਆਪਾਂ ਵਿਚਾਰ ਸ਼ੁਰੂ ਕੀਤੀ ਹੈ। ਕੱਲ੍ਹ ਆਪ ਜੀ ਸੁਣ ਚੁੱਕੇ ਹੋ ਕਿ ਗੁਰਦੁਆਰਾ ਸਾਹਿਬ ਸਤਿਗੁਰੂ ਜੀ ਦੀ ਪਾਠਸ਼ਾਲਾ ਹੈ, ਜਿੱਥੇ ਆ ਕੇ ਅਸੀਂ ਗੁਰਬਾਣੀ ਦੀ ਵਿਚਾਰ ਦੁਆਰਾ ਸੱਚਾ ਗਿਆਨ ਪ੍ਰਾਪਤ ਕਰਨਾ ਹੈ। ਸੱਚੇ ਗਿਆਨ ਦੁਆਰਾ ਹੀ ਸਾਨੂੰ ਜਿਉਣ ਦਾ ਚੱਜ ਆਉਂਦਾ ਹੈ। ਗੁਰਮਿਲ ਚੱਜ ਆਚਾਰ ਸਿੱਖ ਤੁਧ ਕਦੇ ਨਾ ਲੱਗੇ ਦੁੱਖ। ਫਿਰ ਆਪਾਂ ਨਾਲ ਨਾਲ ਕੱਲ੍ਹ ਲੰਗਰ ਦੀ ਕੀ ਮਰਜ਼ਾਦਾ ਹੈ, ਕਿੰਨੇ ਕਿਸਮ ਦਾ ਲੰਗਰ ਹੈ, ਇਹ ਸਾਰੀ ਵਿਚਾਰ ਆਪ ਜੀ ਕੱਲ੍ਹ ਸ਼ਾਮਾਂ ਦੇ ਦੀਵਾਨ 'ਚੋਂ ਸੁਣ ਚੁੱਕੇ ਹੋ। ਆਓ ਅੱਜ ਆਪਾਂ ਗੁਰਦੁਆਰਾ ਸਾਹਿਬ ਨਾਲ ਹੀ ਸੰਬੰਧਿਤ ਵੱਖ-ਵੱਖ ਨੁਕਤਿਆਂ ਦੇ ਉੱਤੇ ਸੰਖੇਪ ਵਿਚਾਰ ਕਰਾਂਗੇ, ਕਿਉਂਕਿ ਆਪ ਜੀ ਨੂੰ ਪਤਾ ਹੈ ਅੱਜ ਯਾਨੀ ਕਿ ਇਸ ਸਟੇਜ ਦਾ ਦੂਜਾ ਦੀਵਾਨ ਸਮਾਪਤ ਹੋ ਜਾਣਾ। ਕੱਲ੍ਹ ਤੋਂ ਫਿਰ ਜੋ ਕਰਦਰਜ ਉੱਥੇ ਦੀਵਾਨ ਸਜਣਾ ਹੈ। ਇਸ ਕਰਕੇ ਅੱਜ ਆਪਾਂ ਜਿਹੜੀ ਗੱਲ ਸ਼ੁਰੂ ਕਰਨੀ ਹੈ ਉਹ ਆਪਾਂ ਸਬਜੈਕਟ ਅੱਜ ਪੂਰਾ ਹੀ ਕਰਨਾ ਹੈ। ਤਾਂ ਤੇ ਹਾਂਜੀ ਸੰਖੇਪ ਦੇ ਵਿੱਚ ਥੋੜ੍ਹੀ ਥੋੜ੍ਹੀ ਗੱਲ ਸਮਝਾਂਗੇ। ਹੁਣ ਗੁਰਦੁਆਰਾ ਸਾਹਿਬ ਨਾਲ ਸੰਬੰਧਿਤ ਪਹਿਲੀ ਗੱਲ ਸਮਝੀਏ ਬਿਲਡਿੰਗ। ਠੀਕ ਹੈ, ਗੁਰਦੁਆਰਾ ਸਾਹਿਬ ਦੀ ਬਿਲਡਿੰਗ ਸੋਹਣੀ ਹੋਵੇ ਕਿਉਂਕਿ ਗੁਰੂ ਦਾ ਦਰਜ ਹੋਇਆ, ਪਰ ਗੁਰਦੁਆਰੇ ਦੀ ਬਿਲਡਿੰਗ ਨੂੰ ਸੋਨਾ ਲਾਉਣਾ ਜ਼ਰੂਰੀ ਨਹੀਂ। ਇਹ ਜਿਹੜੀ ਸਾਡੇ ਵਿੱਚ ਗੁਰਦੁਆਰੇ ਦੀ ਬਿਲਡਿੰਗ ਨੂੰ ਸੋਨਾ ਲਾਉਣ ਦੀ ਜਿਹੜੀ ਚੱਲ ਪਈ, ਇਹ ਸਮਝ ਲਓ ਇੱਕ ਮੰਦਰਾਂ ਦੀ ਨਕਲ ਹੈ। ਮੰਦਰਾਂ 'ਤੇ ਸੋਨੇ ਦੇ ਕਲਸ਼ ਚੜ੍ਹਦੇ, ਸੋਨੇ ਦੀਆਂ ਮੂਰਤੀਆਂ, ਸੋਨੇ ਦੇ ਟੱਲ, ਬੜਾ ਕੁਛ, ਅਤੇ ਅਸੀਂ ਉੱਥੋਂ ਹੀ ਨਕਲ ਕਰ ਲਈ ਵੀ ਸੋਨੇ ਦਾ ਕਲਸ਼ ਲਾਉਣਾ ਹੈ ਜਾਂ ਸੋਨੇ ਦਾ ਖੰਡਾ ਲਾਉਣਾ ਹੈ ਜਾਂ ਸੋਨੇ ਦੀ ਪਾਲਕੀ ਬਣਾਉਣੀ ਹੈ, ਚੌਰ ਨੂੰ ਸੋਨੇ ਦਾ ਮੁੱਠਾ ਲਾਉਣਾ ਹੈ। ਇਹ ਸਾਡੇ ਵਿੱਚ ਇੱਕ ਗਲਤ ਰੀਤ ਸ਼ੁਰੂ ਹੋ ਗਈ।
ਤੇ ਕਈ ਜਾਨੀ ਕਿ ਨਕਲੀ ਬਾਬੇ ਇਸ ਨੂੰ ਵਧਾਉਂਦੇ ਜਾਂਦੇ ਆ। ਕਿਉਂ? ਕਿਉਂਕਿ ਸੋਨੇ ਦੀ ਨਕਲੀ ਸੇਵਾ ਦੇ ਵਿੱਚ ਕੁੰਡੀ ਵਾਹਵਾ ਲੱਗ ਜਾਂਦੀ ਹੈ। ਜਿਵੇਂ ਤੁਹਾਨੂੰ ਪਤਾ ਪਿੱਛੇ ਜੇ ਇੱਕ ਪਾਲਕੀ ਗਈ ਸੀ ਪਾਕਿਸਤਾਨ ਨੂੰ, 2 ਕਰੋੜ ਦੀ ਕੁੰਡੀ ਕਾਰ ਸੇਵਾ ਵਾਲਾ ਬਾਬਾ ਇੱਕ ਪਾਲਕੀ 'ਚੋਂ ਹੀ ਲਾ ਗਿਆ ਸੀ। 2 ਕਰੋੜ ਦੀ ਕੁੰਡੀ ਇੱਕ ਪਾਲਕੀ 'ਚੋਂ, ਕਿਉਂਕਿ ਨਾ ਤਾਂ ਤੋਲਿਆ ਜਾਣਾ ਵੀ ਕਿੰਨਾ ਲੱਗ ਗਿਆ, ਨਾ ਖੋਟ ਦੀ ਪਰਖ ਹੋਣੀ ਹੈ। ਸੋ ਇਹਦੇ ਵਿੱਚੋਂ ਕੁੰਡੀ ਸੋਹਣੀ ਲੱਗਦੀ ਹੈ। ਸੋ ਕਾਰ ਇਹ ਜਾਨੀ ਕਿ ਸੋਨੇ ਦੀ ਸੇਵਾ ਇਹ ਕੋਈ ਸੇਵਾ ਨਹੀਂ। ਗੁਰਬਾਣੀ ਦਾ ਫੈਸਲਾ ਨਾਲ ਲੈਣਾ ਹੈ। ਕੰਚਨ ਸਿਉ ਪਾਈਐ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਗੁਰਬਾਣੀ ਦਾ ਫੈਸਲਾ ਸੋਨੇ ਨਾਲ ਨਹੀਂ ਰੱਬ ਮਿਲਦਾ। ਕੰਚਨ ਸਿਉ ਪਾਈਐ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਮਾਲਕ ਨਾਲ ਜੁੜਨਾ ਤਾਂ ਆਪਣਾ ਮਨ ਦੇ ਦੇ ਗੁਰੂ ਨੂੰ, ਆਪਣੀਆਂ ਮਨ ਮਰਜ਼ੀਆਂ ਛੱਡ ਦੇ। ਸੋਨੇ ਦੇ ਨਾਲ ਰੱਬ ਨਹੀਂ ਮਿਲਦਾ। ਸੋ ਸੋਨੇ ਦੀ ਸੇਵਾ ਹੈ ਜਿਹੜੀ, ਇਹ ਕੋਈ ਸੇਵਾ ਨਹੀਂ। ਇਹਨੂੰ ਧਿਆਨ ਦੇ ਵਿੱਚ ਰੱਖਿਓ। ਜੇ ਤੁਹਾਨੂੰ ਕੋਈ ਸੋਨੇ ਦੇ ਨਾਂ ਦੇ ਉੱਤੇ ਤਾਂ ਹੱਥੋਂ ਕੋਈ ਕੋਸ਼ਿਸ਼ ਕਰੇ ਇਕੱਠੀ ਕਰਨ ਦੀ, ਮਾਂ ਵੀ ਅਸੀਂ ਸੋਨੇ ਦੀ ਸੇਵਾ ਕਰਾਵਾਂਗੇ, ਸੋਨਾ ਲਾਵਾਂਗੇ, ਸੋਨੇ ਦੀ ਪਾਲਕੀ ਬਣਾਵਾਂਗੇ, ਨਕਲੀ ਸੇਵਾ ਹੈ। ਅਸਲੀ ਗੱਲ ਕੀ ਹੈ? ਗੁਰਬਾਣੀ ਦੇ ਗਿਆਨ ਨਾਲ ਜੁੜ ਕੇ ਆਪਣਾ ਜੀਵਨ ਸੋਨੇ ਵਰਗਾ ਬਣਾਉਣਾ ਹੈ। ਕੱਚੋਂ ਕੰਚਨ ਭਇਓ ਸ਼ਬਦ ਗੁਰ ਸਰਵਣ ਇਹ ਸੁਣਿਓ। ਜਦੋਂ ਅਸੀਂ ਗੁਰੂ ਦੇ ਗਿਆਨ ਨੂੰ ਧਿਆਨ ਲਾ ਕੇ ਸੁਣਦੇ ਹਾਂ ਤਾਂ ਸਾਡਾ ਜਿਹੜਾ ਜੀਵਨ ਹੈ ਕੱਚ ਤੋਂ ਕੰਚਨ ਵਰਗਾ ਬਣ ਜਾਂਦਾ ਹੈ। ਆਪਣੇ ਜੀਵਨ ਨੂੰ ਬਾਰਾਬੰਨੀ ਦਾ ਸੋਨਾ ਬਣਾਉਣਾ ਹੈ ਅਤੇ ਜਾਂ ਫਿਰ ਆਪਣੇ ਭਵਿੱਖ ਨੂੰ ਸੁਨਹਿਰੀ ਬਣਾਉਣਾ ਹੈ। ਜਿਸ ਤਰ੍ਹਾਂ ਕਿ ਕੋਸ਼ਿਸ਼ ਕਰੀਏ ਕਿ ਸਾਡੇ ਜੋ ਬੱਚੇ ਨੇ, ਧੀਆਂ ਪੁੱਤੋਂ ਚੰਗੀਆਂ ਡਿਗਰੀਆਂ ਕਰਨ। ਜੇ ਕਿਸੇ ਕੋਲ ਕਿਸੇ ਕਿਸਮ ਦੀ ਕੋਈ ਘਾਟ ਹੈ, ਗੁਰੂ ਘਰ ਵੱਲੋਂ ਉਹਦੀ ਮਦਦ ਕੀਤੀ ਜਾਵੇ। ਗੁਰੂ ਘਰ ਵੱਲੋਂ ਕੋਚਿੰਗ ਸੈਂਟਰ ਖੋਲ੍ਹੇ ਜਾਣ, ਉੱਥੇ ਕੋਈ IAS ਦੀ ਤਿਆਰੀ ਕਰਵਾਉਣ ਵਾਲਾ ਪ੍ਰੋਫੈਸਰ ਰੱਖਿਆ ਜਾਵੇ, ਕੋਈ PMT ਕਰਾਵੇ, ਕੋਈ PET ਦੀ ਤਿਆਰੀ ਕਰਾਵੇ ਜੋ ਕੰਪੀਟੀਸ਼ਨ ਟੈਸਟ ਹੈ, ਤਾਂ ਕਿ ਸਾਡੀ ਕੌਮ ਦਾ ਜਿਹੜਾ ਭਵਿੱਖ ਹੈ ਸੁਨਹਿਰੀ ਹੋ ਸਕੇ। ਸਾਡੇ ਧੀਆਂ ਪੁੱਤ ਇੰਜੀਨੀਅਰ ਬਣ ਸਕਣ, ਡਾਕਟਰ ਬਣ ਸਕਣ, ਜੱਜ ਬਣ ਸਕਣ, ਵਕੀਲ ਬਣ ਸਕਣ। ਸੋ ਇਸ ਪੈਸੇ ਦੇ ਨਾਲ ਅਸੀਂ ਆਪਣਾ ਭਵਿੱਖ ਸੁਨਹਿਰੀ ਬਣਾਉਣਾ ਹੈ। ਸੋਨੇ ਦੀ ਨਕਲੀ ਸੇਵਾ ਕਰਕੇ ਪੈਸਾ ਬਲੌਕ ਨਹੀਂ ਕਰਨਾ। ਆਮ ਹਾਲਤ 'ਚ ਬਿਲਡਿੰਗ ਸੋਹਣੀ ਹੋਵੇ ਠੀਕ ਹੈ, ਪਰ ਬਿਲਡਿੰਗ ਨੂੰ ਜਾਂ ਪਾਲਕੀਆਂ ਨੂੰ ਸੋਨਾ ਲਾਉਣ ਦੀ ਕੋਈ ਜ਼ਰੂਰਤ ਨਹੀਂ। ਫੈਸਲਾ ਆਪਾਂ ਗੁਰਬਾਣੀ ਤੋਂ ਲੈ ਲਿਆ, ਸੋਨੇ ਨਾਲ ਰੱਬ ਨਹੀਂ ਮਿਲਦਾ। ਹੋਰ ਪ੍ਰਮਾਣ ਲੈ ਲਓ, ਨਦੀਆਂ ਹੋਵੇ ਧੇਨਵਾਂ, ਸੁੰਮ ਹੋਵੇ ਦੁੱਧ ਘੀਓ, ਸਗਲੀ ਧਰਤੀ ਸ਼ੱਕਰ ਹੋਵੇ, ਖੁਸ਼ੀ ਕਰੇ ਨਿਤ ਜੀਓ, ਪਰਬਤ ਸੋਇਣਾ ਰੁੱਪਾ ਹੋਵੇ, ਹੀਰੇ ਲਾਲ ਜੜਾਓ, ਭੀ ਤੇਰੀ ਕੀਮਤ ਨਾ ਪਵੇ, ਹਉ ਕੇਵੜਾ ਆਖਾਂ ਨਾਉ। ਜੇ ਸਾਰਾ ਪਹਾੜ ਹੀ ਸੋਨੇ ਦੇ ਹੋ ਜਾਣ, ਚਾਂਦੀ ਦੇ ਹੋ ਜਾਣ, ਪਰਬਤ ਸੋਨਾ ਰੁੱਪਾ ਹੋਵੇ ਤਾਂ ਕਿਆ? ਜੇ ਧਰਤੀ ਸਭ ਕੰਚਨ ਕਰ ਦੀਜੈ, ਬਿਨ ਨਾਵੈ ਅਵਰ ਨਾ ਪਾਇਆ ਰਾਮ। ਅਤੇ ਗੁਰੂ ਜੀ ਨੇ ਸਰਬ ਲੋਹ ਨੂੰ ਯਾਨੀ ਕਿ ਮਾਨਤਾ ਦਿੱਤੀ ਹੈ। ਸਰਬ ਲੋਹ ਦੇ ਵਾਟੇ ਵਿੱਚ ਸਰਬ ਲੋਹ ਦੇ ਖੰਡੇ ਨਾਲ ਹੀ ਖੰਡੇ ਦੀ ਪਹੁਲ ਤਿਆਰ ਹੁੰਦੀ ਹੈ। ਸਰਬ ਲੋਹ ਦਾ ਹੀ ਸਾਨੂੰ ਕਕਾਰਾਂ ਵਿੱਚ ਗੁਰੂ ਜੀ ਨੇ ਕੜਾ ਬਖਸ਼ਿਆ ਹੈ, ਤਾਂ ਸ੍ਰੀ ਸਾਹਿਬ ਬਖਸ਼ੀ ਹੈ, ਅਤੇ ਸਰਬ ਲੋਹ ਦਾ ਹੀ ਖੰਡਾ ਲਾਇਆ ਜਾਂਦਾ ਨਿਸ਼ਾਨ ਸਾਹਿਬ ਦੇ ਉੱਤੇ। ਇਸ ਕਰਕੇ ਸੋਨੇ ਨੂੰ ਕੋਈ ਬਹੁਤੀ ਵਡਿਆਈ ਨਹੀਂ ਦਿੱਤੀ। ਸੋ ਪਹਿਲਾ ਨੁਕਤਾ ਆਪਾਂ ਬਿਲਡਿੰਗ ਦੇ ਸੰਬੰਧ ਸਮਝ ਲਿਆ ਵੀ ਬਿਲਡਿੰਗ ਦੇ ਉੱਤੇ ਸੋਨਾ ਲਾ ਲਾ ਕੇ ਨਜਾਇਜ਼ ਖਰਚ ਨਹੀਂ ਕਰਨਾ, ਪੈਸਾ ਬਲੌਕ ਨਹੀਂ ਕਰਨਾ, ਇਹਦੀ ਸੁਚੱਜੀ ਵਰਤੋਂ ਕਰਨੀ ਹੈ। ਫਿਰ ਅਗਲਾ ਨੁਕਤਾ ਕੀ ਹੈ ਕਿ ਕਿਤੇ ਕੋਈ ਇਤਿਹਾਸਕ ਨਿਸ਼ਾਨੀ ਹੋਵੇ, ਉਹਨੂੰ ਸੰਭਾਲਣਾ ਹੀ ਕਾਰ ਸੇਵਾ ਹੁੰਦੀ ਹੈ। ਪਰ ਪਿਛਲੇ ਸਮੇਂ 'ਚ ਕਾਰ ਸੇਵਾ ਦੇ ਨਾਂ 'ਤੇ ਮਾਰ ਸੇਵਾ ਬਹੁਤ ਹੋਈ ਹੈ। ਜਿਸ ਤਰ੍ਹਾਂ ਕਿ ਸੁਲਤਾਨਪੁਰ ਬੇਬੇ ਨਾਨਕੀ ਦਾ ਘਰ ਮਾਰ ਸੇਵਾ ਦੀ ਭੇਟ ਚੜ੍ਹ ਗਿਆ। ਦਿੱਲੀ ਦੇ ਵਿੱਚ ਜਿਹੜੀ ਕੋਤਵਾਲੀ ਵਿੱਚ 9ਵੇਂ ਪਾਤਸ਼ਾਹ ਜੀ ਨੂੰ ਗ੍ਰਿਫਤਾਰ ਕਰਕੇ ਰੱਖਿਆ ਗਿਆ ਗੁਰਸਿੱਖਾਂ ਸਮੇਤ, ਉਹ ਯਾਨੀ ਕਿ ਕੋਤਵਾਲੀ ਵੀ ਮਾਰ ਸੇਵਾ ਦੀ ਭੇਟ ਚੜ੍ਹ ਗਈ। 84 ਦੇ ਨਿਸ਼ਾਨ ਉਹ ਵੀ ਮਾਰ ਸੇਵਾ ਦੀ ਭੇਟ ਚੜ੍ਹ ਗਏ। ਉਹ ਨਿਸ਼ਾਨ ਉਹ ਤਾਂ ਕਾਰ ਸੇਵਾ ਹੀ ਕਹਿੰਦੇ ਆ, ਦਾਸ ਮਾਰ ਸੇਵਾ ਕਹਿੰਦਾ ਹੁੰਦਾ। ਜਲਿਆਂਵਾਲੇ ਬਾਗ ਦੇ ਗੋਲੀਆਂ ਦੇ ਨਿਸ਼ਾਨ ਸੰਭਾਲ ਕੇ ਰੱਖੇ ਹੋਏ ਹੈ, ਅਤੇ 84 ਦੇ ਨਿਸ਼ਾਨਾਂ ਦੀ ਸਾਡੇ ਨਕਲੀ ਬਾਬਿਆਂ ਨੇ ਮਾਰ ਸੇਵਾ ਕਰ ਦਿੱਤੀ। ਮਾਰ ਸੇਵਾ ਕਰ ਦਿੱਤੀ। ਚਮਕੌਰ ਸਾਹਿਬ ਦੀ ਗੜੀ ਦੀ ਮਾਰ ਸੇਵਾ ਹੋ ਗਈ। ਸੋ ਇਤਿਹਾਸਕ ਨਿਸ਼ਾਨੀਆਂ ਨੂੰ ਖਤਮ ਕਰਨਾ ਮਾਰ ਸੇਵਾ ਹੁੰਦੀ ਹੈ, ਕਾਰ ਸੇਵਾ ਨਹੀਂ ਹੁੰਦੀ। ਪਿਛਲੇ ਸਮੇਂ 'ਚ ਬੜੀ ਮਾਰ ਸੇਵਾ ਹੋਈ ਹੈ। ਇੱਥੇ ਹੀ ਬਸ ਨਹੀਂ, ਗੁਰੂ ਗ੍ਰੰਥ ਸਾਹਿਬ ਦੇ ਪੁਰਾਤਨ ਸਰੂਪ ਲੱਭ ਕੇ ਵੀ ਅਗਨ ਭੇਟ ਕੀਤੇ ਗਏ। ਇੱਕ ਸਾਜ਼ਿਸ਼ ਦੇ ਤਹਿਤ ਇਹ ਮਾਰ ਸੇਵਾ ਵੀ ਬਹੁਤ ਹੋਈ ਹੈ। ਜਦ ਕਿ ਪੁਰਾਤਨ ਸਰੂਪਾਂ ਨੂੰ ਸੰਭਾਲਣਾ ਕਾਰ ਸੇਵਾ ਹੈ ਨਾ, ਕਿਸੇ ਇਤਿਹਾਸਕ ਨਿਸ਼ਾਨੀ ਨੂੰ ਸੰਭਾਲਣਾ ਹੀ ਕਾਰ ਸੇਵਾ ਹੈ ਨਾ। ਨਿਸ਼ਾਨੀ ਖਤਮ ਕਰਨਾ ਕਾਰ ਸੇਵਾ ਕਾਹਦੀ ਹੋਈ? ਇੱਦਾਂ ਦੀ ਬੜੀ ਨਕਲੀ ਸੇਵਾ, ਇਹ ਤੋਂ ਅਸੀਂ ਸੁਚੇਤ ਹੋਣ ਦੀ ਕੋਸ਼ਿਸ਼ ਕਰਨੀ ਹੈ। ਇਤਿਹਾਸਕ ਨਿਸ਼ਾਨੀ ਨੂੰ ਸੰਭਾਲਣਾ ਹੈ, ਨਾ ਕਿ ਖਤਮ ਕਰਨਾ ਹੈ। ਫਿਰ ਅੱਗੇ ਗੁਰਦੁਆਰਾ ਸਾਹਿਬ ਬਣਾਉਣ ਵੇਲੇ ਬਾਇਓਡਾਟਾ ਲੈਣਾ ਜ਼ਰੂਰੀ ਹੁੰਦਾ ਵੀ ਦੂਜਾ ਗੁਰਦੁਆਰਾ ਸਾਹਿਬ ਕਿੰਨੀ ਦੂਰ ਹੈ, ਕਿੰਨੀ ਸੰਗਤ ਹੈ। ਜਿਵੇਂ ਕੋਈ ਬੈਂਕ ਬਣਾਉਣੀ ਹੈ ਨਾ ਕਿਸੇ ਨੇ, ਉਹ ਬਾਇਓਡਾਟਾ ਲੈਂਦੇ ਹੈ
ਵੀ ਦੂਸਰੀ ਬੈਂਕ ਕਿੰਨੀ ਦੂਰ ਹੈ, ਕਿੰਨੀ ਆਬਾਦੀ ਹੈ, ਕਿੰਨੇ ਲੋਕ ਇੱਥੇ ਆਉਣਗੇ। ਇਸ ਤਰ੍ਹਾਂ ਕਹਿਣ ਦਾ ਭਾਵ ਬਿਨਾਂ ਜ਼ਰੂਰਤ ਤੋਂ ਅੰਨ੍ਹੇਵਾਹ ਗੁਰਦੁਆਰਿਆਂ ਦੀ ਗਿਣਤੀ ਵਧਾਉਣਾ ਵੀ ਠੀਕ ਨਹੀਂ ਹੋਵੇਗਾ। ਜਾਤਾਂ ਦੇ ਆਧਾਰ 'ਤੇ ਗੁਰਦੁਆਰੇ ਬਣਾਉਣੇ ਇਹ ਸਿੱਖੀ ਨੂੰ ਮਖੌਲ ਕਰਨ ਵਾਲੀ ਗੱਲ ਹੈ। ਵੀ ਦੇਖ ਲਾ ਬਾਬਾ, ਤੈਂ ਤਾਂ 10 ਜਾਮਿਆਂ ਦੇ ਵਿੱਚ ਇੱਕ ਵਾਟੇ ਨੂੰ ਮੂੰਹ ਲਵਾਤਾ ਸੀ, ਆਹ ਦੇਖ ਲਾ ਸੀ ਤਾਂ ਜਾਤਾਂ ਦੇ ਆਧਾਰ 'ਤੇ ਗੁਰਦੁਆਰੇ ਵੀ ਵੰਡ ਲਏ। ਇਹ ਰਾਮਗੜ੍ਹੀਆਂ ਦਾ ਗੁਰਦੁਆਰਾ ਹੈ, ਇਹ ਰਵਿਦਾਸੀਆਂ ਦਾ ਗੁਰਦੁਆਰਾ ਹੈ, ਆਹ ਜੱਟਾਂ ਦਾ ਗੁਰਦੁਆਰਾ ਹੈ, ਆਹ ਭਾਪਿਆਂ ਦਾ ਗੁਰਦੁਆਰਾ ਹੈ। ਇਹ ਤਾਂ ਸਿੱਖੀ ਨੂੰ ਮਖੌਲ ਵਾਲੀ ਕਰਨ ਵਾਲੀ ਗੱਲ ਹੈ। ਕਿਉਂ ਗੁਰੂ ਸਾਹਿਬ ਤਾਂ ਕਹਿੰਦੇ ਨੇ, ਜਾਤ ਕਾ ਗਰਬ ਨਾ ਕਰ ਮੂਰਖ ਗਾਵਾਰਾ, ਇਸ ਗਰਬ 'ਤੇ ਚੱਲਹਿ ਬਹੁਤ ਵਿਕਾਰਾ। ਗੁਰੂ ਨਾਨਕ ਬਾਬਾ ਜੀ ਦਾ ਵਚਨ ਹੈ ਤੀਜੇ ਸਰੂਪ ਦਾ ਇਹ, ਐ ਮੂਰਖ ਐ ਪਾਗਲ ਜਾਤ ਦਾ ਹੰਕਾਰ ਨਾ ਕਰਿਆ ਕਰ। ਦੇਖੋ ਗੁਰੂ ਪਿਤਾ ਦੀ ਤਾੜ ਨਾ ਇਹ, ਜੇ ਗੁਰ ਝਿੜਕੇ ਤਾਂ ਮਿੱਠਾ ਲੱਗਾ। ਜਾਤ ਦੇ ਹੰਕਾਰੀ ਨੂੰ ਬਾਣੀ 'ਚ ਕੀ ਲਿਖਿਆ, ਐ ਮੂਰਖ ਐ ਪਾਗਲ ਜਾਤ ਦਾ ਹੰਕਾਰ ਨਾ ਕਰਿਆ ਕਰ। ਅਤੇ ਅਸੀਂ ਗੁਰੂ ਦਾ ਵਚਨ ਮੰਨਣ ਦੀ ਬਜਾਏ ਜਾਤਾਂ ਦੇ ਆਧਾਰ 'ਤੇ ਹੀ ਗੁਰਦੁਆਰੇ ਖੜ੍ਹੇ ਕਰ ਲਏ। ਇਸ ਕਰਕੇ ਜਾਤ ਆਧਾਰਿਤ ਗੁਰਦੁਆਰੇ ਸਿੱਖੀ 'ਤੇ ਕਲੰਕ ਹੈ, ਕਲੰਕ ਹੈ। ਇਹ ਜਿਹੜਾ ਜਾਣੀ ਕਿ ਜਾਤ ਭਾਵ ਨੂੰ ਮਿਟਾ ਦਿਓ। ਜੋ ਗੁਰਦੁਆਰਾ ਸਾਹਿਬ ਬਣ ਗਏ ਠੀਕ ਹੈ, ਪਰ ਇਹ ਭਾਵ ਨੂੰ ਮਿਟਾ ਦਿਓ ਵੀ ਰਾਮਗੜ੍ਹੀਆਂ ਦਾ ਜਾਂ ਇਹ ਜੱਟਾਂ ਦਾ ਭਾਪਿਆਂ ਦਾ। ਨਹੀਂ, ਗੁਰਦੁਆਰਾ ਸਾਹਿਬ ਗੁਰੂ ਦਾ ਹੈ। ਅੱਜ ਗੁਰਦੁਆਰੇ ਜਾਤਾਂ ਦੇ ਬਣ ਗਏ, ਗੁਰੂ ਦਾ ਨਹੀਂ ਨਾ ਰਿਹਾ। ਇਹ ਗੁਰਦੁਆਰਾ ਕਿਹਦਾ? ਗੁਰੂ ਦਾ ਨਹੀਂ। ਕਹਿੰਦੇ ਨਹੀਂ ਰਾਮਗੜ੍ਹੀਆਂ ਦਾ, ਤਾਂ ਇਹ ਰਵਿਦਾਸੀਆਂ ਦਾ, ਇਹ ਜੱਟਾਂ ਭਾਪਿਆਂ ਨਾਲ। ਇਹ ਮਨਮੱਤ ਤੋਂ ਅਸੀਂ ਬਚਣਾ ਹੈ। ਫਿਰ ਅੱਗੇ ਜਾਣੀ ਕਿ ਸਾਡੇ ਵਿੱਚ ਡੇਰੇ ਉਸਰ ਗਏ ਬੜੇ। ਅਸੀਂ ਕਈ ਵਾਰ ਡੇਰਿਆਂ ਨੂੰ ਵੀ ਗੁਰਦੁਆਰਾ ਸਾਹਿਬ ਮੰਨ ਲੈਂਦੇ ਹਾਂ। ਗੁਰਦੁਆਰਾ ਸਾਹਿਬ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ, ਪਰ ਨਾਲ ਨਾਲ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਲਾਗੂ ਹੋਈ ਮਰਜ਼ਾਦਾ ਚੱਲਦੀ ਹੈ। ਕਿਸੇ ਬਾਬੇ ਦੀ ਆਪਣੀ ਮਰਜ਼ਾਦਾ ਨਹੀਂ ਚੱਲਦੀ। ਜਿੱਥੇ ਅਕਾਲ ਤਖ਼ਤ ਸਾਹਿਬ ਤੋਂ ਕੋਈ ਵੱਖਰੀ ਮਰਜ਼ਾਦਾ ਚੱਲਦੀ ਹੈ ਕਿਤੇ ਵੀ, ਉਹ ਗੁਰਦੁਆਰਾ ਸਾਹਿਬ ਨੂੰ ਕਿਸੇ ਬਾਬੇ ਦਾ ਨਿੱਜੀ ਡੇਰਾ ਹੋ ਸਕਦਾ ਹੈ। ਡੇਰਿਆਂ ਵਿੱਚ ਨਹੀਂ ਅਸੀਂ ਜਾਣਾ। ਜਿੱਥੇ ਕਿ ਨਿਸ਼ਾਨ ਸਾਹਿਬ ਦੇ ਭੋਗ ਵੀ ਪਾ ਦਿੱਤੇ ਗਏ ਹੈ। ਗੁਰੂ ਜੀ ਨੇ ਕੀ ਕਿਹਾ ਹੋਇਆ ਨਿਸ਼ਾਨ ਸਾਹਿਬ। ਹੁਣ ਜੋ ਆਪਾਂ ਸਮਝ ਲਓ ਵੀ ਸਿੱਖੀ ਦਾ ਵਿਕਾਸ ਹੈ 10 ਜਾਮਿਆਂ ਦੇ ਵਿੱਚ। ਅਤੇ ਹੁਣ ਨਿਸ਼ਾਨ ਸਾਹਿਬ ਆਪਾਂ ਕੱਲ੍ਹ ਗੱਲ ਕਰ ਲਈ ਨਿਸ਼ਾਨ ਸਾਹਿਬ 'ਤੇ, ਪਰ ਬਾਬੇ ਕਹਿੰਦੇ ਸਾਨੂੰ ਨਹੀਂ ਚੰਗਾ ਲੱਗਦਾ ਤੇਰਾ ਨਿਸ਼ਾਨ ਸਾਹਿਬ, ਅਸੀਂ ਨਹੀਂ ਲਾਉਣਾ। ਕਹਿੰਦੇ ਆ ਕੁਝ ਤਾਂ, ਅਤੇ ਕਈਆਂ ਨੇ ਤਾਂ ਲੰਗਰ ਦਾ ਭੋਗ ਵੀ ਪਾਤਾ। ਕਹਿੰਦੇ ਨਹੀਂ, ਧੂੰਆਂ ਆਉਂਦਾ ਹੈ, ਅੱਖਾਂ 'ਚ ਧੂੰਆਂ ਪਊਗਾ, ਕੰਧਾਂ ਕਾਲੀਆਂ ਹੋਣਗੀਆਂ। ਕਹਿੰਦੇ ਕਮਰਿਆਂ ਵਿੱਚ ਸਪੈਸ਼ਲ ਤੜਕੇ ਤਾਂ ਲੱਗੀ ਜਾਣਗੇ, ਉੱਥੇ ਦੁੱਧ ਪੱਤੀ ਪਾ ਕੇ ਪੀ ਲਿਆ ਕਰਾਂਗੇ, ਪਰ ਲੰਗਰ ਸਾਨੂੰ ਨਹੀਂ ਚੰਗਾ ਲੱਗਦਾ, ਲੰਗਰ ਅਸੀਂ ਅੱਗ ਨਹੀਂ ਮਚਾਉਣੀ। ਮਰਜ਼ਾਦਾ ਦੇ ਭੋਗ ਪਾ ਦਿੱਤੇ ਗਏ, ਵੱਖਰੀਆਂ ਮਰਜ਼ਾਦਾਵਾਂ, ਵੱਖਰਾ ਕੁਛ। ਇੱਦਾਂ ਦੇ ਕਿਸੇ ਵੀ ਡੇਰੇ ਵਿੱਚ ਸਾਡਾ ਕਿਸੇ ਨਾਲ ਕੋਈ ਵੈਰ ਵਿਰੋਧ ਨਹੀਂ, ਕੋਈ ਵੱਟ ਦਾ ਰੌਲਾ ਨਹੀਂ। ਅਸੀਂ ਸਿਧਾਂਤਕ ਗੱਲ ਕੀਤੀ ਹੈ, ਸਿਧਾਂਤਕ ਗੱਲ ਕੀਤੀ ਹੈ ਅਸੀਂ। ਇਸ ਕਰਕੇ ਡੇਰਿਆਂ ਵਿੱਚ ਨਹੀਂ ਜਾਣਾ, ਡੇਰਿਆਂ ਵਿੱਚ ਨਹੀਂ ਜਾਣਾ। ਪਰ ਕਿੰਨੇ ਜਾਣੀ ਕਿ ਸਾਡੇ ਕੌਮ ਦੇ ਜਾਣੀ ਕਿ ਆਗੂ ਵੀ ਕਿੱਡੇ ਬੇਸ਼ਰਮ ਹੈ, ਜਿਹੜੇ ਕਿ ਇੱਦਾਂ ਦੇ ਡੇਰਿਆਂ ਦੀ ਉਦਘਾਟਨ ਕਰਦੇ ਰਹਿੰਦੇ ਹੈ। ਜਦ ਕਿ ਸੁਚੇਤ ਕਰਨਾ ਸੰਗਤ ਨੂੰ ਫਰਜ਼ ਹੁੰਦਾ ਕੌਮੀ ਆਗੂਆਂ ਦਾ, ਪਰ ਅੱਜ ਕੌਮੀ ਆਗੂ ਹੀ ਇੱਦਾਂ ਦੇ ਹੋ ਚੁੱਕੇ ਹੈ। ਅਸੀਂ ਆਪ ਸੁਚੇਤ ਹੋਣਾ ਤਾਂ। ਅਤੇ ਗੁਰਦੁਆਰਾ ਸਾਹਿਬ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ, ਪਰ ਮਰਜ਼ਾਦਾ ਚੱਲਦੀ ਹੈ। ਮੱਖਣ ਸ਼ਾਹ ਲਵਾਣਾ ਕਿੰਨਾ ਸੁਚੇਤ ਹੈ। ਉਸ ਵੇਲੇ ਆਪ ਜੀ ਨੂੰ ਪਤਾ, ਧੀਰ ਮੱਲ ਕੋਲ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਵੀ ਸੀ, ਬਾਣੀ ਦਾ ਸਰੂਪ ਉਸ ਵੇਲੇ। ਪਰ ਮੱਖਣ ਸ਼ਾਹ ਲਵਾਣੇ ਨੇ ਪਰਖ ਲਿਆ ਵੀ ਇਹਨੇ ਗੁਰਬਾਣੀ ਮੱਥੇ ਟਿਕਾਉਣ ਵਾਸਤੇ ਰੱਖੀ ਹੋਈ ਹੈ, ਧੀਰ ਮੱਲ ਨੇ, ਜੋ ਕਿੰਨਾ ਸੁਚੇਤ ਹੈ ਮੱਖਣ ਸ਼ਾਹ ਲਵਾਣਾ। ਅਤੇ ਅਸੀਂ ਅੱਜ ਕਿਉਂ ਨਹੀਂ ਸੁਚੇਤ? ਇਹ ਨਹੀਂ ਵੀ ਜਿਹਨੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰ ਲਿਆ ਸੀ ਉੱਧਰੋਂ ਤੁਰ ਪਈਏ ਮੱਥੇ। ਚੇਲਿਆਂ ਨੇ ਬੜਿਆਂ ਨੇ ਗੁਰੂ ਗ੍ਰੰਥ ਸਾਹਿਬ ਰੱਖੇ ਹੋਏ ਹੈ। ਬੜੇ ਨਕਲੀ ਬਾਬਿਆਂ ਨੇ ਜਿਹਨੂੰ ਜਪਜੀ ਸਾਹਿਬ ਦਾ ਪਾਠ ਨਹੀਂ ਕਰਨਾ ਆਉਂਦਾ, ਜਿਹਨਾਂ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਹੋਇਆ। ਸੋ ਇਹ ਨਹੀਂ ਵੇਖਣਾ, ਅਸੀਂ ਦੇਖਣਾ ਮਰਜ਼ਾਦਾ ਚੱਲਦੀ ਹੈ, ਸਹੀ ਮਰਜ਼ਾਦਾ ਹੈ ਤਾਂ। ਅਤੇ ਇਸ ਕਰਕੇ ਅਸੀਂ ਸੁਚੇਤ ਹੋਣਾ। ਜੋ ਗੁਰੂ ਗ੍ਰੰਥ ਸਾਹਿਬ ਦੀ ਆੜ ਵਿੱਚ ਨਿੱਜੀ ਡੇਰੇ ਉਸਰ ਰਹੇ ਹੈ, ਉੱਥੇ ਸਾਖਸ਼ੀ ਪੂਜਾ ਨੂੰ ਹੀ ਬੜਾਵਾ ਦਿੱਤਾ ਜਾਂਦਾ ਹੈ। ਸਾਖਸ਼ੀ ਪੂਜਾ ਨੂੰ ਬੜਾਵਾ ਦਿੱਤਾ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਮਾਤਰ ਹੈ, ਉਹ ਵੀ ਕਿਉਂ ਕਰਨਾ ਪੈਂਦਾ ਹੈ? ਕਿਉਂਕਿ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਾ ਕਰੀਏ ਤਾਂ ਸਿੱਖ ਨਹੀਂ ਫਸਦਾ। ਜਿਵੇਂ ਮਛੇਰਾ ਹੁੰਦਾ ਹੈ ਨਾ, ਉਹਨੇ ਮੱਛੀ ਫਸਾਉਣੀ ਹੋਵੇ ਅਤੇ ਕੁੰਡੀ 'ਤੇ ਆਟਾ ਲਾਉਣਾ ਪੈਂਦਾ। ਇਸ ਤਰ੍ਹਾਂ ਕਹਿੰਦੇ ਜੇ ਸਿੱਖ ਫਸਾਉਣਾ ਹੋਵੇ ਤਾਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਨਾ ਪੈਂਦਾ, ਕਰਨਾ ਪੈਂਦਾ ਹੈ। ਇਸ ਕਰਕੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਕੇ ਆਪਣੀ ਜਾਣੀ ਕਿ ਕੁੰਡੀਆਂ ਦੇ ਵਿੱਚ ਵਸਾਉਣ ਵਾਲਿਆਂ ਤੋਂ ਵੀ ਸੁਚੇਤ ਰਹਿਣਾ ਹੈ। ਇਹ ਨੀਮ ਗੁਰੂ ਡੰਮ ਹੈ। ਗੁਰੂ ਗ੍ਰੰਥ ਸਾਹਿਬ ਦੀ ਆੜ ਲੈ ਕੇ ਆਪਣਾ ਨੀਮ ਗੁਰੂ ਡੰਮ ਚਲਾਇਆ ਜਾ ਰਿਹਾ ਹੈ। ਸੁਚੇਤ ਰਹਿਣਾ। ਆਪਾਂ ਗੱਲ ਸ਼ੁਰੂ ਕੀਤੀ ਹੈ ਗੁਰਦੁਆਰਾ ਸਾਹਿਬ ਸੰਸਥਾ 'ਤੇ ਕੱਲ੍ਹ ਤੋਂ ਲੈ ਕੇ ਅਤੇ ਇੰਨੇ ਨੁਕਤੇ ਅਸੀਂ ਸਮਝ ਲਏ। ਜਾਤ ਆਧਾਰਿਤ ਗੁਰਦੁਆਰੇ ਨਹੀਂ ਬਣਾਉਣੇ, ਅਤੇ ਜਿੱਥੇ ਜਾਣੀ ਕਿ ਸਹੀ ਮਰਜ਼ਾਦਾ ਨਹੀਂ ਚੱਲਦੀ, ਜੋ ਅਕਾਲ ਤਖ਼ਤ ਸਾਹਿਬ ਤੋਂ ਲਾਗੂ ਹੈ,
ਕੋਈ ਸਾਖੀ ਪੂਜਾ ਦੀ ਗੱਲ ਹੁੰਦੀ ਹੈ, ਬਾਬਿਆਂ ਦੀਆਂ ਫੋਟੋਆਂ ਦੀ ਪੂਜਾ ਦੀ ਗੱਲ ਹੁੰਦੀ ਹੈ, ਨਿਸ਼ਾਨ ਸਾਹਿਬ ਦਾ ਭੋਗ ਪਾਤਾ, ਲੰਗਰ ਦਾ ਭੋਗ ਪਾ ਦਿੱਤਾ, ਇਹੋ ਜਿਹੇ ਲੋਕਾਂ ਤੋਂ ਅਸੀਂ ਸੁਚੇਤ ਰਹਿਣਾ ਹੈ। ਫਿਰ ਬਿਲਡਿੰਗ ਤੋਂ ਅੱਗੇ ਆ ਜਾਓ। ਹੁਣ ਆਪਾਂ ਨਿਸ਼ਾਨ ਸਾਹਿਬ ਦੀ ਗੱਲ ਹੋ ਗਈ ਸੀ, ਇੱਕ ਇਸ਼ਾਰਾ ਹੋਰ ਦੇ ਦਿਆਂ। ਨਿਸ਼ਾਨ ਸਾਹਿਬ ਦੀਆਂ ਪਾਈਪਾਂ ਨੂੰ ਕੱਚੀ ਲੱਸੀ ਨਾਲ ਧੋਣਾ ਮਨਮੱਤ ਹੈ। ਕੱਚੀ ਲੱਸੀ ਦੇ ਪਿੱਛੇ ਐਡੀ ਗੰਦੀ ਕਹਾਣੀ ਹੈ ਕਿ ਦਾਸ ਸਟੇਜ ਤੋਂ ਨਹੀਂ ਸੁਣਾ ਸਕਦਾ। ਤੁਸੀਂ ਬਾਅਦ ਵਿੱਚ ਵੀ ਨਾ ਪੁੱਛਿਓ ਜੀ, ਪਹਿਲਾਂ ਹੀ ਦੱਸਤਾ, ਕਿਉਂਕਿ ਇੰਨੀ ਗੰਦੀ ਕਹਾਣੀ ਹੈ। ਕੱਚੀ ਲੱਸੀ ਕਿੱਥੋਂ ਸ਼ੁਰੂ ਹੋਈ ਮੈਂ ਸੁਣਾ ਨਹੀਂ ਸਕਦਾ। ਚਲੋ ਜੇ ਅਤੀ ਕੋਈ ਜਿਗਿਆਸੂ ਹੋਇਆ ਤਾਂ ਕੋਈ ਕੱਧਾ ਵੀਰ ਮੈਥੋਂ ਪਾਸੇ 'ਤੇ ਪੁੱਛ ਲਿਓ, ਆਊ ਤਾਂ ਸ਼ਰਮ ਸੁਣਾਉਣ ਵੇਲੇ, ਪਰ ਕੀ ਕਰੀਏ ਸੁਚੇਤ ਕਰਨ ਵਾਸਤੇ। ਚਲੋ ਵੈਸੇ ਤੁਸੀਂ ਬਹੁਤੇ ਨਾ ਪੁੱਛਿਓ, ਕਿਤੇ ਦੇ ਸੰਗਤ ਤੁਸੀਂ ਪੁੱਛਣ ਲੱਗ ਜਾਓ ਬਾਅਦ ਵਿੱਚ ਵੀ ਉਹ ਕੀ ਕਹਾਣੀ ਹੈ ਜੀ, ਕਿਉਂ ਦੱਸਣਾ ਪੈਂਦਾ ਨਾ ਜੀ ਪਹਿਲਾਂ, ਫਿਰ ਠੀਕ ਹੁੰਦਾ ਸਪਸ਼ਟ ਕੀਤੀ ਗੱਲ। ਬਹੁਤ ਜ਼ਿਆਦਾ ਗੰਦੀ ਕਹਾਣੀ ਹੈ ਕੱਚੀ ਲੱਸੀ ਕਿੱਥੋਂ ਸ਼ੁਰੂ ਹੋਈ। ਇਸ ਕਰਕੇ ਇਹਨਾਂ ਗੱਲਾਂ ਨੂੰ ਅਸੀਂ ਸਮਝਣਾ, ਇੱਦਾਂ ਨਹੀਂ ਸਤਿਕਾਰ ਹੁੰਦਾ ਵੀ ਕੱਚੀ ਲੱਸੀ ਨਾਲ ਧੋਣ ਦਾ ਕੀ ਮਤਲਬ, ਕੀ ਅਰਥ ਆ। ਠੀਕ ਹੈ, ਮੰਨ ਲਓ ਨਿਸ਼ਾਨ ਸਾਹਿਬ ਦੀ ਪਾਈਪ ਨੂੰ ਕਿਤੋਂ ਕੋਈ ਰੋਗਨ ਕਰਨਾ ਹੈ, ਸੰਭਾਲ ਹੀ ਨਾ ਰੋਗਨ ਕਰੋ, ਠੀਕ ਹੈ। ਕੱਪੜਾ ਯਾਨੀ ਕਿ ਲੱਗਦਾ ਵੀ ਥੋੜ੍ਹਾ ਆਪਾਂ ਕਹਿੰਦੇ ਵੀ ਛੀਣ ਹੋ ਗਿਆ ਜਾਂ ਥੋੜ੍ਹਾ ਕੁ ਲੱਗਦਾ ਵੀ ਮੈਲਾ ਹੋਇਆ, ਠੀਕ ਹੈ, ਬਦਲੋ। ਸੋ ਇੱਦਾਂ ਇਹ ਗੱਲ ਨੂੰ ਅਸੀਂ ਸਮਝਣਾ ਹੈ। ਚਲੋ ਬਿਲਡਿੰਗ ਦੀ ਗੱਲ ਹੋ ਗਈ, ਨਿਸ਼ਾਨ ਸਾਹਿਬ ਦੀ ਗੱਲ ਹੋ ਗਈ। ਫਿਰ ਗੁਰਦੁਆਰਾ ਸਾਹਿਬ ਜੋ ਗੋਲਕ ਹੈ, ਗੋਲਕ ਦਾ ਅਰਥ ਕੀ ਹੈ, ਸਾਡਾ ਦਸਵੰਧ ਧਰਮ ਕਾਰਜਾਂ ਦੇ ਉੱਤੇ ਲੱਗ ਜਾਵੇ। ਗੋਲਕ ਦੇ 3 ਹਿੱਸੇ ਕੀਤੇ ਜਾਣ। ਇੱਕ ਹਿੱਸਾ ਗੁਰੂ ਘਰ ਦਾ ਖਰਚ ਹੁੰਦਾ ਹੈ, ਜਿਵੇਂ ਕਿ ਗ੍ਰੰਥੀ ਸਿੰਘ ਦੀ ਤਨਖਾਹ ਹੈ, ਕੀਰਤਨੀ ਜਥੇ ਦੀ ਤਨਖਾਹ ਹੈ, ਕੋਈ ਕਥਾਵਾਚਕ, ਕੋਈ ਸੇਵਾਦਾਰ ਜੋ ਵੀ ਹੈ ਤਾਂ ਤੇ ਉਹ ਦੇਣਾ ਹੈ। ਫਿਰ ਹੋਰ ਖਰਚੇ ਹੁੰਦੇ ਨੇ ਗੁਰੂ ਘਰ ਦੇ, ਬਿਜਲੀ ਪਾਣੀ ਦੇ, ਸਾਰਾ ਤੁਸੀਂ ਜਾਣਦੇ ਹੋ, ਉਹ ਖਰਚਾ ਪੂਰਾ ਹੁੰਦਾ ਹੈ। ਇੱਕ ਯਾਨੀ ਕਿ ਰਾਹਤ ਫੰਡ, ਕਿਤੇ ਕੋਈ ਆਫਤ ਆਉਂਦੀ ਹੈ ਮਦਦ ਕੀਤੀ ਜਾਵੇ, ਲੋੜਵੰਦ ਦੀ ਸਹਾਇਤਾ ਕੀਤੀ ਜਾਵੇ, ਗਰੀਬ ਦਾ ਮੂੰਹ ਗੁਰੂ ਦੀ ਗੋਲਕ। ਅਤੇ ਇੱਕ ਧਰਮ ਪ੍ਰਚਾਰ ਫੰਡ ਵਾਸਤੇ, ਧਰਮ ਪ੍ਰਚਾਰ 'ਤੇ ਕੋਈ ਕਿਸੇ ਵਿਸ਼ੇ ਦੇ ਉੱਤੇ ਲਿਟਰੇਚਰ ਛਾਪ ਕੇ ਵੰਡਿਆ ਜਾਵੇ, ਸ਼ਬਦ ਦਾ ਲੰਗਰ ਚੱਲਦਾ ਰਹੇ ਨਾਲ ਇਹ ਪੈਸੇ ਦੇ ਨਾਲ। ਸੋ 3 ਯਾਨੀ ਕਿ ਮਹਾਨ ਕੰਮ ਲੈਣੇ ਨੇ ਗੁਰੂ ਦੀ ਗੋਲਕ ਤੋਂ, ਰਾਹਤ ਫੰਡ, ਪ੍ਰਚਾਰ ਫੰਡ ਅਤੇ ਜੋ ਨਾਲ ਗੁਰੂ ਘਰ ਦਾ ਖਰਚਾ ਹੈ। ਅਤੇ ਗੁਰੂ ਦੀ ਗੋਲਕ ਜਿਹੜੇ ਯਾਨੀ ਕਿ ਪਿਛਲੇ ਆਪਾਂ ਪਿੱਛੋਂ ਲਾਈਏ, ਗੁਰੂ ਦੀ ਗੋਲਕ ਦਾ ਪੈਸਾ ਹੜੱਪ ਕਰਨ ਵਾਲੇ ਬਖਸ਼ੇ ਨਹੀਂ ਜਾਂਦੇ। ਦੇਖੋ ਗੁਰੂ ਜੀ ਨੇ ਮਸੰਦਾਂ ਨੂੰ ਅਨੰਦਪੁਰ ਸਾਹਿਬ ਕਿੰਨੀ ਸਖਤ ਸਜ਼ਾ ਦਿੱਤੀ, ਕਿੰਨੀ ਸਖਤ ਸਜ਼ਾ ਦਿੱਤੀ। ਤਾਂ ਤੇ ਅਸੀਂ ਸੁਚੇਤ ਹੋਣਾ ਹੈ, ਜੋ ਗੁਰੂ ਦੀ ਗੋਲਕ ਦਾ ਪੈਸਾ ਹੈ ਠੀਕ ਢੰਗ ਦੇ ਨਾਲ ਇਹਦੀ ਵਰਤੋਂ ਕੀਤੀ ਜਾਵੇ। ਸੋ ਇਹ ਆਪਾਂ ਸੰਖੇਪ ਦੇ ਵਿੱਚ ਸਮਝ ਰਹੇ ਹਾਂ ਹਰ ਗੱਲ ਨੂੰ। ਗੋਲਕ ਹੋ ਗਈ। ਫਿਰ ਗੁਰਦੁਆਰਾ ਸਾਹਿਬ ਦੇ ਵਿੱਚ ਕਿਸੇ ਕਿਸਮ ਦੀ ਕੋਈ ਮਨਮੱਤ ਨਾ ਹੋਵੇ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਉਪਦੇਸ਼ ਜਿਹੜਾ ਗੁਰੂ ਘਰ ਚੱਲਦਾ ਹੋਵੇ, ਇੱਥੇ ਕਿਸੇ ਦੀ ਨਾ ਚੱਲੇ। ਗੁਰਦੁਆਰਾ ਸਾਹਿਬ ਗੁਰੂ ਦੀ ਚੱਲੇ, ਗੁਰਦੁਆਰਾ ਸਾਹਿਬ ਗੁਰੂ ਦੀ ਚੱਲੇ ਨਾ। ਇਹ ਆਪਣੇ ਅੰਦਰੋਂ ਆਪਾਂ ਸਾਰਿਆਂ ਨੇ ਭਾਵ ਕੱਢ ਦੇਣਾ ਕਿ ਗੁਰਦੁਆਰਾ ਸਾਹਿਬ ਮੇਰੀ ਚੱਲੇ, ਨਹੀਂ ਭਲਿਆ, ਗੁਰਦੁਆਰਾ ਸਾਹਿਬ ਗੁਰੂ ਦੀ ਚੱਲੇ। ਇਹ ਈਗੋ ਲੈ ਕੇ ਨਹੀਂ ਆਉਣਾ ਗੁਰਦੁਆਰਾ ਸਾਹਿਬ ਵੀ ਗੁਰਦੁਆਰਾ ਸਾਹਿਬ ਮੇਰੀ ਚੱਲੇ, ਨਾ ਨਾ ਨਾ, ਗੁਰਦੁਆਰਾ ਸਾਹਿਬ ਗੁਰੂ ਦੀ ਮੱਤ ਚੱਲੇ। ਅਤੇ ਜੋ ਸਾਡੀ ਪੰਥ ਪ੍ਰਮਾਣਿਤ ਰਹਿਤ ਮਰਜ਼ਾਦਾ, ਇੱਕੋ ਹੀ ਸਾਡੀ ਰਹਿਤ ਮਰਜ਼ਾਦਾ ਉਹ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਲਾਗੂ ਹੈ, ਉਹ ਪੰਥਕ ਹੈ, ਬਾਕੀ ਤਾਂ ਸਭ ਨਿੱਜੀ ਹੈ। ਅਸੀਂ ਨਹੀਂ ਕੋਈ ਨਿੱਜੀ ਮਰਜ਼ਾਦਾ ਨੂੰ ਮੰਨਣਾ। ਚਲੋ ਫਿਰ ਗੁਰਦੁਆਰਾ ਸਾਹਿਬ ਕੋਈ ਵੀ ਮਨਮੱਤ ਨਾ ਹੋਵੇ। ਪਹਿਲੀ ਤਾਂ ਤੁਸੀਂ ਇਸ਼ਾਰਾ ਸਮਝ ਹੀ ਲਿਆ ਵੀ ਲੱਸੀ ਨਾਲ ਯਾਨੀ ਕਿ ਧੋਣੀਆਂ, ਯਾਨੀ ਕਿ ਜੋ ਨਿਸ਼ਾਨ ਸਾਹਿਬ ਦੀ ਪਾਈਪ ਲੱਸੀ ਨਾਲ ਧੋਣੀ ਮਨਮੱਤ ਹੈ। ਇਹ ਮਨਮੱਤ ਬੰਦ ਕਰੀਏ, ਇਹ ਮਨਮੱਤ ਅਸੀਂ ਬੰਦ ਕਰੀਏ। ਹੋਰ ਕਈ ਥਾਵਾਂ 'ਤੇ ਚਲੋ ਇੱਥੇ ਤਾਂ ਕਿਰਪਾ ਹੈ, ਆਪਣਾ ਪੰਜਾਬ ਤੁਸੀਂ ਜਾਣਦੇ ਹੋ, ਕਈ ਥਾਵਾਂ 'ਤੇ ਗੁਰਦੁਆਰਿਆਂ 'ਚ ਹੀ ਸਮਾਧਾਂ ਬਣਾ ਛੱਡੀਆਂ। ਕੋਈ ਜੰਡਾਂ, ਕੋਈ ਦਰਖਤਾਂ ਨੂੰ ਮੱਥੇ ਟੇਕੀ ਜਾਂਦਾ, ਕੋਈ ਥੜਿਆਂ ਨੂੰ ਮੱਥੇ ਟੇਕੀ ਜਾਂਦਾ। ਜੇ ਗੁਰਦੁਆਰਾ ਸਾਹਿਬਾਂ ਦੇ ਵਿੱਚ ਹੀ ਥੜਿਆਂ ਦੀ, ਦਰਖਤਾਂ ਦੀ ਪੂਜਾ ਹੋ ਰਹੀ ਹੈ ਤਾਂ ਫਿਰ ਸਾਡੇ ਘਰਾਂ 'ਚੋਂ ਮਨਮੱਤ ਕਿੱਥੋਂ ਨਿਕਲੂ। ਹਾਂ ਠੀਕ ਹੈ, ਜੇ ਕੋਈ ਇਤਿਹਾਸਕ ਦਰਖਤ ਹੈ ਤਾਂ ਉਹਦੀ ਸੰਭਾਲ ਕੀਤੀ ਜਾ ਸਕਦੀ ਹੈ, ਵੱਖਰੀ ਗੱਲ ਹੈ, ਸੰਭਾਲ ਕਰਨੀ ਹੈ। ਪਰ ਦਰਖਤ ਦੀ ਪੂਜਾ, ਥੜਿਆਂ ਦੀ ਪੂਜਾ ਜਾਂ ਗੁਰੂ ਘਰਾਂ ਦੇ ਵਿੱਚ ਹੋਰ ਕਿਸੇ ਕਿਸਮ ਦੀ ਪੂਜਾ ਨਾ। ਗੁਰਦੁਆਰਾ ਸਾਹਿਬ ਮੱਥਾ ਟੇਕਣ ਦਾ ਇੱਕੋ ਹੀ ਥਾਂ ਹੈ, ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ ਮੱਥਾ ਟੇਕਣਾ। ਮੱਥਾ ਟੇਕਣ ਦੇ ਪਿੱਛੇ ਕੀ ਫਿਲਾਸਫੀ ਹੈ ਆਪ ਜੀ ਕੱਲ੍ਹ ਸਮਝ ਚੁੱਕੇ ਹੋ, ਕਿਉਂ ਕੱਲ੍ਹ ਗੱਲ ਹੋ ਗਈ ਨਾ, ਦੁਬਾਰਾ ਰਿਪੀਟ ਦੱਸ ਨਾ ਕਰੇ ਗੱਲ। ਇੱਕੋ ਹੀ ਥਾਂ ਮੱਥਾ ਟੇਕਣ ਦਾ, ਯਾਦ ਰੱਖਿਓ ਜੀ ਸਿੱਖ ਵਾਸਤੇ, ਗੁਰੂ ਗ੍ਰੰਥ ਸਾਹਿਬ ਦੇ ਸਨਮੁਖ ਨਮਸਕਾਰ ਕਰਨੀ ਹੈ ਬਸ। ਅਤੇ ਸਮਾਜਿਕ ਸੱਭਿਆਚਾਰ ਵਿੱਚ ਅਸੀਂ ਬਜ਼ੁਰਗਾਂ ਨੂੰ ਨਮਸਕਾਰ ਕਰ ਦਿੰਦੇ ਹਾਂ, ਮਾਤਾ ਪਿਤਾ ਦਾਦਾ ਦਾਦੀ ਬਜ਼ੁਰਗ ਕਹਿ ਲਓ, ਉਹ ਸਾਡਾ ਸਮਾਜਿਕ ਸੱਭਿਆਚਾਰ ਹੈ। ਧਰਮ ਜਗਤ ਦੇ ਵਿੱਚ ਮੱਥਾ ਗੁਰੂ ਦੇ ਅੱਗੇ ਟੇਕਣਾ ਬਸ। ਐਵੇਂ ਥਾਂ 'ਤੇ ਮੱਥੇ ਟੇਕਣੇ ਇਹ ਗੁਰਮੱਤ ਨਹੀਂ। ਅਤੇ ਗੁਰੂ ਘਰਾਂ ਦੇ ਵਿੱਚ ਚਲੋ ਉਹ ਤਾਂ ਫਿਰ ਲੰਬਾ ਇਤਿਹਾਸ ਹੋ ਜੂ,
ਪਿੱਛੋਂ ਤੋਂ ਲੈ ਕੇ ਯਾਨੀ ਕਿ ਸਾਡੇ ਜੀਵਨ ਦੇ ਵਿੱਚ ਕਿਉਂ ਬਾਣੀ ਦਾ ਸੱਚ ਨਹੀਂ ਆ ਸਕਿਆ? ਕਿਉਂਕਿ ਕਾਫੀ ਸਮਾਂ ਪਹਿਲਾਂ ਤਾਂ ਗੁਰਦੁਆਰਾ ਸਾਹਿਬਾਂ ਦੇ ਵਿੱਚ ਹੀ ਬਹੁਤ ਮਨਮੱਤਾਂ ਚੱਲਦੀਆਂ ਰਹੀਆਂ। ਕੱਲੀਆਂ ਮਨਮੱਤਾਂ ਨਹੀਂ, ਕੁਕਰਮ ਵੀ ਹੁੰਦੇ ਰਹੇ। ਇਸ਼ਾਰਾ ਮਾਤਰ ਦੇ ਜਾਵਾਂ, ਆਪ ਜੀ ਨੂੰ ਪਤਾ ਹੈ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਜਦੋਂ ਹਕੂਮਤ ਨਾਲ ਟੱਕਰ ਲੱਗ ਗਈ, ਸਿੰਘਾਂ ਨੂੰ ਤਾਂ ਫਿਰ ਜੰਗਲਾਂ ਵਿੱਚ ਜਾਣਾ ਪਿਆ। ਟੱਕਰ ਲੱਗੀ ਨਾ ਸਮੇਂ ਦੀ ਹਕੂਮਤ ਨਾਲ। ਉਹਨਾਂ ਸਮਿਆਂ ਦੇ ਵਿੱਚ ਇਹ ਉਦਾਸੀਆਂ ਨਿਰਮਲਿਆਂ ਨੇ ਗੁਰਦੁਆਰੇ ਸੰਭਾਲਣ ਦੀ ਆੜ ਦੇ ਵਿੱਚ ਮਨਮੱਤਾਂ ਚਲਾ ਦਿੱਤੀਆਂ। ਗੁਰਦੁਆਰੇ ਸੰਭਾਲਣ ਦੀ ਆੜ 'ਚ ਮਨਮੱਤਾਂ ਚਲਾ ਦਿੱਤੀਆਂ। ਬੜੇ ਤਰ੍ਹਾਂ ਦੇ ਪਖੰਡ ਆ ਜਿਹੜੇ ਜੋਤਾਂ ਧੂਫਾਂ ਦੇ ਪਖੰਡ ਉਦੋਂ ਤੋਂ ਚੱਲੇ ਹੈ। ਉਦੋਂ ਤੋਂ ਚੱਲੇ ਹੈ ਜਿਹਨੂੰ ਅੱਜ ਪੁਰਾਤਨ ਮਰਜ਼ਾਦਾ ਕਿਹਾ ਜਾ ਰਿਹਾ ਨਾ। ਅਸਲ ਦੇ ਵਿੱਚ ਜਦੋਂ ਰਮਾਇਣ ਦਾ ਪਾਠ ਕੀਤਾ ਜਾਂਦਾ ਨਾ ਮੰਦਿਰ ਦੇ ਵਿੱਚ, ਉਦੋਂ ਉੱਥੇ ਪਾਣੀ ਦਾ ਘੜਾ ਰੱਖਦੇ ਹੈ, ਨਾਰੀਅਲ ਲਾਲ ਕੱਪੜੇ ਲਪੇਟ ਕੇ ਰੱਖਦੇ ਹੈ, ਥੱਲੇ ਮਿੱਟੀ ਪਾ ਕੇ ਯਾਨੀ ਕਿ ਜੌਂ ਪਾਉਂਦੇ ਹੈ, ਲਗਾਤਾਰ ਮਗ ਦੇ ਕੋਲਿਆਂ 'ਤੇ ਧੂਫ ਪਾਉਂਦੇ ਹੈ ਹਵਨ ਦੀ ਤਰ੍ਹਾਂ। ਲਓ ਵੀ ਬਸ ਬੁਝਣ ਨਹੀਂ ਦੇਣੀ ਧੂਫ, ਲਗਾਤਾਰ ਯਾਨੀ ਕਿ ਜੋਤਾਂ ਜਗਾਉਂਦੇ ਹੈ। ਇਹ ਸਾਰਾ ਕੁਝ ਯਾਨੀ ਕਿ ਰਮਾਇਣ ਦਾ ਪਾਠ ਕਰਨ ਵੇਲੇ ਮੰਦਿਰ ਵਿੱਚ ਉਹ ਰੱਖਦੇ ਹੈ। ਚਲੋ ਉਹਨਾਂ ਨੂੰ ਮੁਬਾਰਕ, ਸਾਨੂੰ ਤਾਂ ਇਤਰਾਜ਼ ਕੋਈ ਨਹੀਂ। ਗੱਲ ਕੀ ਹੈ? ਗੱਲ ਇਹ ਹੈ ਸਾਡੇ ਕੁਝ ਭਾਈਆਂ ਨੇ, ਸਾਡੀ ਹੈ ਭਾਈ ਤਾਂ, ਸਾਡੇ ਕੁਝ ਭਾਈਆਂ ਨੇ ਮੰਦਿਰ ਵਿੱਚੋਂ ਚੀਜ਼ਾਂ ਚੁੱਕ ਕੇ ਗੁਰੂ ਗ੍ਰੰਥ ਸਾਹਿਬ ਦੇ 4 ਛਪੇਰੇ ਰੱਖਤਾ ਨਿੱਕ ਸੁੱਕ ਜਾ। 4 ਛਪੇਰੇ ਰੱਖ ਕੇ ਕਹਿੰਦੇ ਲਓ ਜੀ ਇਹਨਾਂ ਚੀਜ਼ਾਂ ਤੋਂ ਬਿਨਾਂ ਬਾਣੀ ਦਾ ਫਲ ਨਹੀਂ ਮਿਲਦਾ। ਉਹ ਭਲਿਓ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਾਹਮਣਵਾਦ ਦੀ ਕੈਦ ਵਿੱਚ ਨਾ ਪਾਓ। ਬੋਲੋ ਸਤਨਾਮ। ਇਹਦਾ ਮਤਲਬ ਵੀ ਗੁਰਬਾਣੀ ਕੈਦ ਵਿੱਚ ਇਹਨਾਂ ਚੀਜ਼ਾਂ ਤੋਂ ਬਿਨਾਂ ਤਾਂ ਕਹਿੰਦੇ ਫਲ ਹੀ ਨਹੀਂ ਮਿਲਣਾ ਹੈ। ਕਮਾਲ ਹੋ ਗਈ। ਅਤੇ ਪੰਥ ਪ੍ਰਮਾਣਿਤ ਰਹਿਤ ਮਰਜ਼ਾਦਾ ਵਿੱਚ ਇਹ ਸਾਰਾ ਕੁਛ ਮਨਮੱਤ ਦੱਸਿਆ। ਤੋ ਆਪ ਜੀ ਪੜ੍ਹੋ ਜ਼ਰੂਰ। ਕੁਝ ਕਾਪੀਆਂ ਲੈ ਕੇ ਆਏ ਆ ਵੀਰ ਗੁਰਨੇਕ ਸਿੰਘ ਜੀ, ਤੁਸੀਂ ਲੈ ਲਿਓ ਬਾਅਦ ਵਿੱਚ। ਇਹਦਾ ਕੀ ਮਤਲਬ? ਇਹ ਜਾਣੀ ਕਿ ਉਦੋਂ ਤੋਂ ਚਲਾਈਆਂ ਆਹ ਜਿਹੜੇ ਨਕਲੀ ਜਿਹੜੇ ਕਹਿੰਦੇ ਅਸੀਂ ਗੁਰੂ ਘਰ ਸੰਭਾਲੇ ਔਖੇ ਸਮੇਂ 'ਚ, ਇਹ ਮਨਮੱਤਾਂ ਵੀ ਉਦੋਂ ਹੀ ਫਲਾਈਆਂ ਇਹਨਾਂ ਨੇ। ਇਹ ਸਾਰਾ ਕੁਛ ਨਾ ਮੰਦਰ ਵਾਲਾ ਨਿੱਕ ਸੁੱਕ ਚੱਕ ਕੇ ਗੁਰੂ ਗ੍ਰੰਥ ਸਾਹਿਬ ਦੇ ਆਸੇ ਪਾਸੇ ਰੱਖਤਾ, ਆਸੇ ਪਾਸੇ ਰੱਖ ਦਿੱਤਾ। ਅਤੇ ਜੋਤ ਕਿਸੇ ਵੇਲੇ ਕੋਈ ਸ਼ੱਕ ਨਹੀਂ ਵੀ ਕਿਸੇ ਵੇਲੇ ਨਾ ਘਿਓ ਦੇ ਦੀਵੇ ਬਾਲ ਕੇ ਗੁਰਦਰਬਾਰ ਵਿੱਚ ਚਾਨਣ ਕੀਤਾ ਜਾਂਦਾ ਸੀ ਕਿ ਉਹਨਾਂ ਸਮਿਆਂ ਦੇ ਵਿੱਚ ਦੀਵੇ ਚਿਰਾਗ ਲਾਉਣੇ ਹੀ ਚਾਨਣ ਦਾ ਸਾਧਨ ਸੀ। ਇਹ ਪਰਾਇਵਾਚੀ ਸ਼ਬਦ ਨੇ ਤਿੰਨੇ, ਦੀਵਾ ਕਹਿ ਲਓ, ਜੋਤ ਕਹਿ ਲਓ, ਚਿਰਾਗ ਕਹਿ ਲਓ। ਜਿਵੇਂ ਪਾਣੀ ਕਹਿ ਲਓ, ਜਲ ਕਹਿ ਲਓ, ਨੀਰ ਕਹਿ ਲਓ, ਭਾਵ ਦੱਸਣਾ ਪੈਂਦਾ ਨਾ ਕਈ ਵਾਰ ਤਾਂ। ਅਤੇ ਇਹ 'ਚ ਕੋਈ ਸ਼ੱਕ ਨਹੀਂ, ਕਿਉਂਕਿ ਦੇਸੀ ਘਿਓ ਦਾ ਧੂੰਆਂ ਨਹੀਂ ਹੁੰਦਾ। ਗੁਰਦਰਬਾਰ ਦੇ ਸਤਿਕਾਰ ਨੂੰ ਮੁੱਖ ਰੱਖਦੇ ਹੋਏ ਉਹਨਾਂ ਸਮਿਆਂ 'ਚ ਦੇਸੀ ਘਿਓ ਦੇ ਦੀਵੇ ਬਾਲ ਕੇ ਚਾਨਣ ਕੀਤਾ ਜਾਂਦਾ ਸੀ। ਸ਼ੱਕ ਨਹੀਂ ਕੋਈ ਇਹਦੇ ਵਿੱਚ। ਪਰ ਅੱਜ ਚਾਨਣ ਦੇ ਹੋਰ ਸਾਧਨ ਹੋ ਗਏ। ਅੱਜ ਚਾਨਣ ਦੇ ਸਾਧਨ ਹੋਰ ਹੋ ਗਏ। ਜਿਵੇਂ ਆਪਾਂ ਕਿਸੇ ਵੇਲੇ ਸਾਡੇ ਬਜ਼ੁਰਗ ਹੁਣ ਗੱਡਿਆਂ 'ਤੇ ਜਾਂਦੇ, ਰੱਥ ਬੱਗੀਆਂ, ਹੋਰ ਅੱਜ ਦੇਖੋ ਮੋਟਰਸਾਈਕਲ ਕੀ ਕੁਛ ਹੋ ਗਿਆ। ਦੇਖੋ ਫਰਕ ਹੈ। ਕਿਸੇ ਵੇਲੇ ਗਾਹ ਪਾ ਕੇ ਸਾਡੇ ਬਜ਼ੁਰਗ ਦਾਣੇ ਕੱਢਦੇ, ਅੱਜ ਕੰਬਾਈਨਾਂ ਆ ਗਈਆਂ। ਦੇਖੋ ਹੁਣ ਜੇ ਕੋਈ ਬਜ਼ੁਰਗ ਬਾਪੂ ਕਹੇ ਮੈਂ ਤਾਂ ਪੁਰਾਤਨ ਮਰਜ਼ਾਦਾ ਦੇ ਮੁਤਾਬਕ ਦਾਣੇ ਕੱਢੂੰ, ਵੀ ਬਾਪੂ ਪੁਰਾਤਨ ਮਰਜ਼ਾਦਾ ਦਾਣਿਆਂ ਨਾਲ ਪੁਰਾਤਨ ਮਰਜ਼ਾਦਾ ਕੀ ਸੰਬੰਧ ਹੋਇਆ? ਉਹ ਤਾਂ ਦਾਣੇ ਕੱਢਣੇ ਹੈ, ਭਾਵ ਕਿ ਉਹ ਤਾਂ ਚਾਨਣ ਦਾ ਸਾਧਨ ਸੀ। ਯਾਨੀ ਕਿ ਜੋਤ ਤਾਂ ਕੋਈ ਸ਼ੱਕ ਨਹੀਂ ਸਾਧਨ। ਅੱਜ ਤਾਂ ਦੀਵੇ ਲਾ ਕੇ ਚਾਨਣ ਨਹੀਂ ਕੀਤਾ ਜਾਂਦਾ। ਅੱਜ ਤਾਂ ਬਿਜਲੀ ਆ ਗਈ, ਇਨਵਰਟਰ ਆ ਗਏ, ਜਨਰੇਟਰ ਆ ਗਏ, ਚਾਰਜਡ ਬੈਟਰੀਆਂ ਆ ਗਈਆਂ, ਕੀ ਕੁਛ ਆ ਗਿਆ। ਦੇਸੀ ਘਿਓ ਦੀ ਜੋਤ ਲਾਉਣ ਦਾ ਧਰਮ ਦੇ ਨਾਲ ਕੋਈ ਸੰਬੰਧ ਨਹੀਂ ਕਹਿਣ ਦਾ ਭਾਵ। ਇਹ ਤਾਂ ਚਾਨਣ ਦਾ ਸਾਧਨ ਸੀ, ਇਹਨੂੰ ਧਰਮ ਨਾਲ ਜੋੜਤਾ। ਚਲੋ ਵਿੱਚੋਂ ਹੀ ਪ੍ਰਸ਼ਨ ਕਰਦੇ ਮੈਂ, ਤੁਹਾਡੇ ਵਿੱਚ ਕੋਈ ਦੱਸੇਗਾ, ਕੋਈ ਵਿਦਵਾਨ ਵੀਰ ਜਾਂ ਕੋਈ ਗ੍ਰੰਥੀ ਵੀਰ ਬੈਠਾ ਜਾਂ ਕੋਈ ਮਾਤਾ ਭੈਣ ਬਾਣੀ ਦੀ ਖੋਜ ਕਰਨ ਵਾਲੀ, ਵੀ ਗੁਰਬਾਣੀ ਵਿੱਚ ਕਿਤੇ ਲਿਖਿਆ ਵੀ ਦੇਸੀ ਘਿਓ ਫੂਕਣਾ ਧਰਮ ਹੈ? ਆਪ ਜੀ ਦੱਸ ਸਕਦੇ ਹੋ? ਭਾਵ ਪ੍ਰਸ਼ਨ ਹੈ। ਗੁਰਬਾਣੀ ਵਿੱਚ ਕਿਤੇ ਨਹੀਂ ਲਿਖਿਆ। ਗੁਰਬਾਣੀ ਵਿੱਚ ਜਿਹੜੀ ਜੋਤ ਜਗਾਉਣ ਦੀ ਗੱਲ ਕੀਤੀ ਹੈ, ਉਹ ਜੋਤ ਤਾਂ ਸਾਡੀ ਗੁੱਲ ਹੋਈ ਪਈ ਹੈ, ਕਿਸੇ ਕਿਸੇ ਦੀ ਜਗਦੀ ਹੋਊ। ਚਲੋ ਕਿਹੜੀ ਜੋਤ ਜਗਾਉਣੀ ਹੈ ਜੀ? ਸਤਿਗੁਰ ਸ਼ਬਦ ਉਜਾਰੋ ਦੀਪਾ। ਸ਼ਬਦ ਦੇ ਦੱਦੇ ਨੂੰ ਹੁਸ਼ਿਆਰੀ ਆਕਾਰਕ ਰੂਪ ਹੋ ਗਿਆ। ਸਤਿਗੁਰ ਦੇ ਸ਼ਬਦ ਰਾਹੀਂ, ਭਾਵ ਸੱਚੇ ਗਿਆਨ ਦੇ ਰਾਹੀਂ ਆਪਣੇ ਅੰਦਰ ਗਿਆਨ ਦਾ ਦੀਵਾ ਬਾਲੋ। ਦੀਵਾ ਕਿੱਥੇ ਬਾਲਣਾ ਹੈ ਜੀ? ਆਪਣੇ ਅੰਦਰ ਗਿਆਨ ਦਾ ਦੀਵਾ ਬਾਲਣਾ ਹੈ। ਉਹ ਗਿਆਨ ਦੇ ਦੀਵੇ ਗੁੱਲ ਹੋ ਗਏ ਆਪਣੇ। ਕਿਉਂ? ਬਾਣੀ ਤੋਂ ਗਿਆਨੀ। ਸਤਿਗੁਰ ਸ਼ਬਦ ਉਜਾਰੋ ਦੀਪਾ, ਬਿਨ ਸਿਓ ਅੰਧਕਾਰ ਤੇ ਮੰਦਰ ਰਤਨ ਕੋਠੜੀ ਖੁੱਲੀ ਅਨੂਪਾ। ਕਿਤੇ ਬਾਣੀ ਵਿੱਚ ਲਿਖਿਆ ਪੋਥੀ ਪੁਰਾਣ ਕਮਾਈਐ, ਭਉ ਵੱਟੀ ਇਤ ਤਨ ਪਾਈਐ, ਸੱਚ ਬੂਝਣ ਆਨ ਜਲਾਈਐ, ਇਹ ਤੇਲ ਦੀਵਾ ਇਉਂ ਜਲੈ, ਕਰ ਚਾਨਣ ਸਾਹਿਬ ਤਉ ਮਿਲੈ। ਪੋਥੀ ਪੁਰਾਣ ਕਮਾਈਐ ਦਾ ਅਰਥ ਕੀ ਹੋ ਗਿਆ? ਗੁਰਬਾਣੀ ਦੇ ਵਚਨਾਂ ਨੂੰ ਕਮਾਉਣਾ ਚਾਹੀਦਾ। ਬਸ ਜੋ ਗੁਰਬਾਣੀ ਦਾ ਸੰਗ੍ਰਹਿ ਹੈ ਇਹੀ ਸਾਡੇ ਵਾਸਤੇ ਪੁਰਾਣ ਹੈ। ਭਾਵ ਅਰਥ ਸਮਝਣਾ ਹੈ ਵੀ ਅਸੀਂ ਹੋਰ ਪੁਰਾਣ ਨੂੰ ਨਹੀਂ ਜਾਣਦੇ। ਜਿਵੇਂ ਲਾਵਾਂ ਦੇ ਪਾਠ ਵਿੱਚ ਆਉਂਦਾ ਨਾ, ਬਾਣੀ ਦੇ ਅਰਥ ਬਾਣੀ 'ਚੋਂ ਦ੍ਰਿੜ ਕਰੋ। ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜੋ ਪਾਪ ਤਜਾਇਆ ਬਲਰਾਮ। ਵੀ ਬਾਣੀ ਹੀ ਸਾਡੇ ਵਾਸਤੇ ਬ੍ਰਹਮਾ ਵੇਦ ਹੈ, ਅਸੀਂ ਹੋਰ ਕੋਈ ਕਿਸ ਵੇਦ ਨੂੰ ਨਹੀਂ ਜਾਣਦੇ।
ਅਸੀਂ ਹੋਰ ਕਿਸੇ ਪ੍ਰਾਣ ਨੂੰ ਨਹੀਂ ਜਾਣਦੇ। ਸਾਡੇ ਵਾਸਤੇ ਗੁਰਬਾਣੀ ਦੇ ਵਚਨ ਹੀ ਪ੍ਰਾਣ ਅਤੇ ਬਾਣੀ ਦੇ ਵਚਨ ਹੀ ਸਾਡੇ ਵਾਸਤੇ ਬ੍ਰਹਮਾ ਵੇਦ ਹੈ। ਚਲੋ, ਪੋਥੀ ਪ੍ਰਾਣ ਕਮਾਈ ਹੈ, ਭਾਵ ਅਰਥ ਕੀ ਬਣ ਗਿਆ? ਗੁਰਬਾਣੀ ਦੇ ਵਚਨਾਂ ਨੂੰ ਕਮਾਉਣਾ ਚਾਹੀਦਾ। ਇਹ ਕੀ ਬਣ ਗਿਆ ਜੀ? ਗੁਰੂ ਦੇ ਵਚਨਾਂ ਦੀ ਕਮਾਈ ਦਾ ਇਹ ਤੇਲ ਹੈ। ਭਉ ਵੱਟੀ ਇਤ ਤਨ ਪਾਈ ਹੈ, ਇਹ ਸਰੀਰ ਰੂਪੀ ਦੀਵੇ ਦੇ ਵਿੱਚ ਪ੍ਰਮਾਤਮਾ ਦੇ ਭਉ ਦੀ ਵੱਟੀ ਪਾਉਣੀ ਚਾਹੀਦੀ ਹੈ। ਭਾਵ ਇਹ ਸਰੀਰ ਜਿੱਥੇ ਵੀ ਵਿਚਰਦਾ ਹੈ, ਹਰ ਕੰਮ ਪ੍ਰਮਾਤਮਾ ਦੇ ਭੈ ਵਿੱਚ ਰਹਿ ਕੇ ਕਰਨਾ ਹੈ। ਭੈ ਵਿੱਚ ਵੈਸੈ, ਭੈ ਰਹੈ, ਭੈ ਵਿੱਚ ਕਮਾਵੈ ਕਾਰ, ਐਥੈ ਸੁਖ ਵਡਿਆਈਆਂ, ਦਰਗਾਹ ਮੋਖ ਦੁਆਰ। ਰੂੰ ਦੀ ਬੱਤੀ ਵੱਟ ਕੇ ਤਾਂ ਘਿਓ ਹਰੇਕ ਹੀ ਫੂਕ ਦੋ, ਆਹ ਸਰੀਰ ਰੂਪੀ ਦੀਵੇ ਵਿੱਚ ਭਉ ਦੀ ਵੱਟੀ ਪਾਓ ਨਾ। ਗੁਰੂ ਜੀ ਕਹਿੰਦੇ ਸਰੀਰ ਵਿੱਚ ਭਉ ਦੀ ਵੱਟੀ ਪਾਉਣੀ। ਆਪ ਜੀ ਸਮਝ ਗਏ ਨਾ ਵੀ ਹਰ ਥਾਂ ਪ੍ਰਮਾਤਮਾ ਦੇ ਅਦਬ ਵਿੱਚ ਰਹਿਣਾ। ਭਉ ਦਾ ਅਰਥ ਕੀ ਹੁੰਦਾ? ਇੱਥੇ ਅਦਬ, ਸ਼ੁੱਧ ਭੈ ਹੈ। ਇਹ ਨਿਰਮਲ ਭਉ ਪਾਇਆ, ਹਰ ਗੁਣ ਗਾਇਆ, ਹਰ ਵੇਖਿਆ ਰਾਮ ਹਦੂਰੇ। ਇਹ ਪ੍ਰਮਾਤਮਾ ਦੀ ਹੋਂਦ ਦਾ ਭੈ ਕੀ ਕਰਦਾ? ਜਿਉਂ ਬੈਸੰਤਰ ਧਾਤ ਸ਼ੁੱਧ ਹੋਏ, ਤਿਉਂ ਹਰ ਕਾ ਭਉ ਦੁਰਮਤ ਮੈਲ ਗਵਾਏ। ਜਿਵੇਂ ਅੱਗ ਧਾਤਾਂ ਨੂੰ ਸ਼ੁੱਧ ਕਰ ਦਿੰਦੀ ਹੈ, ਇਸ ਤਰ੍ਹਾਂ ਪ੍ਰਮਾਤਮਾ ਦੀ ਹੋਂਦ ਦਾ ਭੈ ਖੋਟੀ ਮੱਤ ਦੀ ਮੈਲ ਨੂੰ ਕੱਢ ਦਿੰਦਾ ਹੈ। ਇਸ ਕਰਕੇ ਸਰੀਰ ਰੂਪੀ ਦੀਵਾ, ਇਹਨੂੰ ਦੀਵਾ ਸਮਝ ਲਓ। ਆਹ ਦੀਵਾ, ਆਹ ਦੀਵਾ। ਉਹ ਮਿੱਟੀ ਦੇ ਦੀਵਿਆਂ ਦੇ ਵਿੱਚ ਤੇਲ ਘਿਓ ਨਹੀਂ ਫੂਕਣਾ। ਆਹ ਦੀਵਾ, ਆਹ ਦੀਵਾ। ਬੰਦੀ ਛੋੜ ਦਿਵਸ 'ਤੇ ਵੀ ਕੋਸ਼ਿਸ਼ ਕਰਿਓ, ਗਿਆਨ ਦੇ ਦੀਵੇ ਬਾਲਿਓ ਆਪਣੇ ਅੰਦਰ, ਬਾਣੀ ਦੀ ਵਿਚਾਰ ਵੱਧ ਤੋਂ ਵੱਧ ਕਰੋ। ਇਹ ਤੇਲ ਘਿਓ ਫੂਕਣਾ ਕਿਤੇ ਨਹੀਂ ਲਿਖਿਆ ਨਾ। ਇਸ ਕਰਕੇ ਭਉ ਵੱਟੀ ਇਤ ਤਨ ਪਾਈ ਹੈ। ਵੱਟੀ ਦਾ ਅਰਥ ਬੱਤੀ, ਆਪ ਜੀ ਸਮਝ ਗਏ ਨਾ। ਭਉ ਵੱਟੀ ਇਤ ਤਨ ਪਾਈ ਹੈ, ਸੱਚ ਬੂਝਣ ਆਣ ਜਲਾਈ ਹੈ। ਗੁਰਬਾਣੀ ਦੀ ਸੱਚ ਦੀ ਸੋਝੀ ਨੇ ਲਾਟ ਲਾਉਣੀ ਹੈ। ਲਾਈਟਰ ਦਾ ਕੰਮ ਕਰਨਾ ਗੁਰਬਾਣੀ ਦੀ ਸੋਝੀ ਨੇ। ਸੱਚ ਬੂਝਣ ਆਣ ਜਲਾਈ ਹੈ। ਇਹ ਤੇਲ, ਪਹਿਲੀ ਪੰਕਤੀ ਵਾਲਾ ਇਸ਼ਾਰਾ ਹੋ ਗਿਆ ਵੀ ਗੁਰੂ ਦੇ ਵਚਨਾਂ ਦੀ ਕਮਾਈ ਜਿਹੜੀ ਇਹ ਤੇਲ ਹੈ। ਇਹ ਸਰੀਰ ਦੀਵਾ ਹੈ, ਪ੍ਰਮਾਤਮਾ ਦੇ ਭਉ ਦੀ ਵੱਟੀ ਪਾਉਣੀ ਹੈ। ਗੁਰਬਾਣੀ ਦੇ ਸੱਚੇ ਗਿਆਨ ਦੀ ਸੋਝੀ ਨੇ ਲਾਟ ਲਾਉਣੀ ਹੈ। ਦੀਵਾ ਇਉਂ ਜਲਾ, ਇੱਦਾਂ ਗਿਆਨ ਦਾ ਦੀਵਾ ਅੰਦਰ ਜਲਣਾ ਹੈ। ਕਰ ਚਾਨਣ ਸਾਹਿਬ ਤਉ ਮਿਲੈ। ਆਪਣੇ ਅੰਦਰ ਗਿਆਨ ਦਾ ਦੀਵਾ ਬਾਲ ਕੇ ਚਾਨਣ ਕਰ ਲਾ। ਗਿਆਨ ਦੇ ਦੀਵੇ ਦੇ ਚਾਨਣ ਵਿੱਚ ਤੈਨੂੰ ਤੇਰਾ ਮਾਲਕ ਮਿਲਣਾ। ਜੇ ਤਾਂ ਪ੍ਰਮਾਤਮਾ ਨੂੰ ਮਿਲਣਾ ਤਾਂ ਗਿਆਨ ਦਾ ਦੀਵਾ ਅੰਦਰ ਬਾਲ ਲਓ। ਜੇ ਰੂੰ ਦੀ ਬੱਤੀ ਵੱਟ ਕੇ ਘਿਓ ਫੂਕਣਾ, ਤੁਹਾਡੀ ਮਰਜ਼ੀ। ਮੈਂ ਤਾਂ ਭਾਈ ਚੌਂਕੀਦਾਰ ਹਾਂ ਗੁਰੂ ਘਰ ਦਾ। ਬਾਣੀ ਦਾ ਸਹੀ ਗੱਲ ਤੁਹਾਨੂੰ ਦੱਸਤੀ, ਮੰਨਣਾ ਨਾ ਮੰਨਣਾ ਤੁਹਾਡੀ ਮਰਜ਼ੀ। ਮੰਨਣ ਵਾਲੇ ਦਾ ਭਲਾ। ਸਿੱਧ ਹੋ ਗਿਆ ਨਾ ਬਾਣੀ ਤੋਂ ਕਿਹੜੇ ਦੀਵੇ ਬਾਲਣੇ ਹੈ। ਉਹ ਜਿਹੜਾ ਅਸਲੀ ਦੀਵਾ ਬਾਲਣੇ ਸੋ ਭੁੱਲ ਗਏ। ਹੋਰ ਪ੍ਰਮਾਣ ਲੈ ਲਓ। ਭਗਤ ਰਵਿਦਾਸ ਜੀ ਮਹਾਰਾਜ ਦਾ ਵਚਨ ਹੈ, ਨਾਮ ਤੇਰੋ ਦੀਵਾ ਨਾਮ ਤੇਰੋ ਬਾਤੀ, ਨਾਮ ਤੇਰੋ ਤੇਲ ਲੈ ਮਾਹੀ ਪਸਾਰੇ। ਨਾਮ ਤੇਰੇ ਕੀ ਜੋਤ ਲਗਾਈ ਭਇਓ ਉਜਿਆਰੋ ਭਵਨ ਸਗਲਾਰੇ। ਕਿਤੇ ਦੀਵਾ ਮੇਰਾ ਏਕ ਨਾਮ। ਇਸ ਕਰਕੇ ਇੰਨੇ ਪ੍ਰਮਾਣ ਤਾਂ ਕਾਫੀ ਹੈ ਨਾ, ਕਿਉਂਕਿ ਹਰ ਗੱਲ ਅਸੀਂ ਤੁਹਾਨੂੰ ਬਾਣੀ ਵਿੱਚੋਂ ਸਿੱਧ ਕਰਨੀ ਹੈ। ਤਾਂ ਤੇ ਇਹ ਜਾਣੀ ਕਿ ਉਦੋਂ ਚੱਲ ਪਿਆ। ਹੁਣ ਨਾਰੀਅਲ 'ਚ ਬਾਣੀ ਵੜ ਗਈ। ਦੱਸੋ ਪਤਾ ਨਹੀਂ ਸਾਡੇ ਦਿਮਾਗ 'ਚ ਕਿੱਦੇ ਵੜੂਗੀ ਵੀ ਨਾਰੀਅਲ ਤਾਂ ਸਖਤੀ ਹੈ ਸਾਡੇ ਦਿਮਾਗ ਨਾਲੋਂ। ਇਹ ਸਾਡੇ ਦਿਮਾਗ 'ਚ ਕਾਹਤੇ ਨਾ ਵੜੀ ਬਈ। ਨਾਰੀਅਲ 'ਚ ਤਾਂ ਵੜ ਗਈ, ਨਾਰੀਅਲ 'ਚ ਬਾਣੀ ਵੜ ਗਈ। ਕਹਿੰਦੇ ਨਾਰੀਅਲ ਚੱਬਲੋ ਤੁਹਾਡੇ ਅੰਦਰ ਬਾਣੀ ਵੜ ਜੂ, ਤੁਸੀਂ ਨਾਰੀਅਲ ਖਾ ਲਿਓ। ਕਈ ਤਾਂ ਸਾਡੀਆਂ ਭੈਣਾਂ ਜਿਨ੍ਹਾਂ ਨੂੰ ਗੁਰਬਾਣੀ ਦਾ ਗਿਆਨ ਨਹੀਂ, ਉਹ ਜਾਣੀ ਕਿ ਪਾਵਿਆਂ ਨੂੰ ਬਾਣੀ ਦੇ ਲਾਲ ਜੇ ਧਾਗੇ। ਜੇ ਪੁੱਛੀਏ ਭੈਣ ਜੀ ਇਹ ਕੀ? ਵੀਰ ਜੀ ਸਾਡੇ ਕੋਲ ਤਾਂ ਟਾਈਮ ਨਹੀਂ ਬਾਣੀ ਸੁਣਨ ਦਾ। ਇਹ ਧਾਗਾ ਗੁਰਬਾਣੀ ਸੁਣ ਲਓ। ਗੁਰਬਾਣੀ ਧਾਗੇ 'ਚ ਵੜ ਜੂ, ਅਸੀਂ ਧਾਗਾ ਹੱਥਾਂ 'ਤੇ ਬੰਨ੍ਹ ਲਾਂਗੇ। ਫਿਰ ਇਹ ਅਖੰਡ ਪਾਠ ਦਾ ਧਾਗਾ ਸਾਡੀ ਰੱਖਿਆ ਕਰੂ। ਲੈ ਧਾਗੇ 'ਚ ਬਾਣੀ ਵੜ ਗਈ। ਕਿੰਨਾ ਨੀਵਾਂ ਪੱਧਰ ਆ ਗਿਆ ਜੀ। ਕਰਨੀਆਂ ਪੈਂਦੀਆਂ ਗੱਲਾਂ ਇਹ, ਮਾਫ਼ ਕਰ ਦੇਣਾ। ਦੇਖੋ ਧਾਗੇ 'ਚ ਬਾਣੀ ਵੜ ਗਈ। ਇਹ ਅਖੰਡ ਪਾਠ ਦਾ ਧਾਗਾ ਕਹਿੰਦੇ। ਇੱਕ ਭੈਣ ਨੂੰ ਕਿਹਾ, ਮੈਂ ਭੈਣੇ ਧਾਗੇ ਬੰਨਣੇ ਤਾਂ ਮਨ ਮਤ ਲੈ। ਵੀਰ ਜੀ ਆਮ ਧਾਗਾ ਨਹੀਂ ਕਹਿੰਦੀ, ਅਖੰਡ ਪਾਠ ਦਾ ਧਾਗਾ। ਧਾਗੇ ਨੇ ਤਾਂ ਕਹਿੰਦੇ ਸਾਰਾ ਅਖੰਡ ਪਾਠ ਸੁਣਿਆ ਹੋਇਆ। ਹੋਰ ਹੁਣ ਪਹਿਲਾਂ ਹੀ ਬਣਤਾ ਸੀ, ਕਹਿੰਦੇ ਤੁਸੀਂ ਧਾਗੇ ਦੀ ਨਿੰਦਾ ਕਰੀ ਜਾਂਦੇ ਹੋ। ਇਹ ਧਾਗੇ ਨੇ ਤਾਂ ਸਾਰੀ ਬਾਣੀ ਸੁਣੀ ਹੋਈ ਹੈ। ਕਹਿੰਦੇ ਦੱਸੋ, ਲੈ ਕਰ ਲਓ ਗੱਲ ਭਾਈ, ਦੱਸੋ। ਇਸ ਕਰਕੇ ਇਹ ਗੱਲਾਂ ਛੱਡ ਦਿਓ। ਇਹ ਆ ਗਈਆਂ ਸਾਡੇ ਵਿੱਚ ਇਹ ਗੱਲਾਂ। ਇਸ ਕਰਕੇ ਗੁਰਬਾਣੀ ਨੂੰ ਧਿਆਨ ਲਾ ਕੇ ਸੁਣੋ। ਗੁਰਬਾਣੀ ਨੂੰ ਆਪਣੀ ਸੋਚ ਮੰਡਲ ਦਾ ਹਿੱਸਾ ਬਣਾਓ। ਗੁਰਬਾਣੀ ਨੂੰ ਆਪਣੀ ਸੁਰਤ ਮੰਡਲ ਵਿੱਚ ਵਸਾਓ। ਗੁਰਬਾਣੀ ਦਾ ਗਿਆਨ ਸਾਡੇ ਮਨ ਮਸਤਕ ਦੇ ਲੇਖ ਬਣ ਜਾਣ। ਫਿਰ ਦੇਖੋ ਕੀ ਜੀਵਨ ਬਣਨਾ। ਤਾਂ ਤੇ ਇੱਦਾਂ ਇਹ ਕੁਛ ਸਾਡੇ ਵਿੱਚ ਆ ਗਿਆ। ਕੋਈ ਮਤਲਬ ਨਹੀਂ ਇਹ ਨਾਰੀਅਲ ਰੱਖਤਾ, ਮਿੱਟੀ ਪਾਤੀ ਜਾਂ ਜੌਂ ਪਾਤੇ, ਜਾਂ ਜਾਣੀ ਕਿ ਘਿਓ ਫੂਕਿਆ, ਜਾਂ ਜਾਣੀ ਕਿ ਐਵੇਂ ਨਾਸਾਂ ਨੂੰ ਧੂੰਆਂ ਚੜਾਈ ਜਾਣਾ। ਹਾਂ ਖੁਸ਼ਬੂ ਵਾਸਤੇ ਮਾੜੀ ਮੋਟੀ ਕਿਤੇ ਕੋਈ ਅਗਰਬੱਤੀ ਵਰਤ ਲਈ ਕੋਈ ਗੱਲ ਨਹੀਂ, ਪਰ ਉਹ ਵੀ ਜੇ ਜਾਣੀ ਕਿ ਇਨਵਾਇਰਨਮੈਂਟ ਬਿਲਕੁਲ ਕਲੀਅਰ ਆ, ਸਾਫ਼ ਹੈ, ਲੋੜ ਨਹੀਂ। ਉਹ ਜੇ ਕਿਤੇ ਕੋਈ ਇੱਦਾਂ ਦਾ ਹੋਵੇ, ਮੰਨ ਲਓ ਕਿਸੇ ਥਾਂ 'ਤੇ ਕੋਈ ਹੁਮਸ ਜਿਹੀ, ਕੋਈ ਕਿੱਦਾਂ ਖੁਸ਼ਬੂ ਦੇ ਤੌਰ 'ਤੇ ਕੋਈ ਮਾੜੀ ਮੋਟੀ ਅਗਰਬੱਤੀ ਵਰਤ ਲਈ, ਵੱਖਰੀ ਗੱਲ ਹੈ। ਪਰ ਇਹ ਨਹੀਂ ਵੀ ਪਾਈ ਚੱਲਣੀ, ਧੂਫ ਪਾਈ ਚੱਲਣੀ, ਧੂਫ ਨਾ ਬੁਝਣ ਦੀ। ਲੈ ਦੱਸ ਵੀ ਬੁਝ ਗਈ ਤਾਂ ਬੰਬ ਚੱਲ ਜਾਊ। ਧੂਫ ਨਾ ਬੁਝਣ ਦੀ ਦੱਸੋ। ਲੈ ਕਦੇ ਜੋਤ ਕੰਨੀ ਨਿਗਾਹ ਰੱਖਿਓ, ਜੋਤ ਨਾ ਕਿਤੇ ਬੁਝ ਜੇ ਵੀ ਫਿਰ ਪਾਪ ਲੱਗ ਜਾਊ। ਭਾਵ ਕਿ ਸਾਰਾ ਧਿਆਨ ਹੀ ਉੱਧਰ ਕਰਤਾ ਸਾਰਾ ਹੀ। ਇਸ ਕਰਕੇ ਇਹਨਾਂ ਗੱਲਾਂ ਦਾ ਕੋਈ ਮਤਲਬ ਨਹੀਂ। ਅਤੇ ਉਦੋਂ ਹੀ ਇਹਨਾਂ ਜਾਣੀ ਕਿ ਨਕਲੀ ਬਾਬਿਆਂ ਨੇ ਗੁਰੂ ਘਰਾਂ ਵਿੱਚ ਕੋਤਰੀਆਂ ਦੇ ਪਖੰਡ ਚਲਾਏ।
ਗੁਰਦੁਆਰਾ ਸਾਹਿਬ ਸ਼ਬਦ ਦੀ ਵਿਚਾਰ ਕਰਨ ਵਾਸਤੇ ਸਤਿਗੁਰ ਦੀ ਪਾਠਸ਼ਾਲਾ ਆਪਾਂ ਗੱਲ ਸਮਝ, ਗੁਰਦੁਆਰੇ ਸਾਹਿਬ ਕੋਤਰੀਆਂ ਕਰਨ ਵਾਸਤੇ, ਭਾਵੇਂ ਗੁਰਦੁਆਰੇ ਸਾਹਿਬ ਜਾਨੀ ਕਿ ਮੂੰਹ ਮੀਚ ਕੇ ਸਿਰ ਮਾਰ ਕੇ ਭੋਗ ਪਾਉਣ ਵਾਸਤੇ ਨਹੀਂ ਵੀ ਪਾਠ ਪ੍ਰਕਾਸ਼ ਕਰ ਲਏ ਤਾਂ ਤੇ ਹੁਕਮਨਾਮੇ ਡਾਕ ਮਹਿਕਮੇ 'ਚ ਭੇਜ ਦਿੱਤੇ। ਦੇਖੋ ਕਿੱਡੀ ਸ਼ਰਮ ਲਾ ਦਿੱਤੀ, ਅਖੰਡ ਪਾਠਾਂ ਦੇ ਹੁਕਮਨਾਮੇ ਡਾਕ ਮਹਿਕਮੇ 'ਚ ਤੁਰੇ ਫਿਰਦੇ ਆ ਨਾ, ਦੇਖ ਲਓ, ਸੋਚੋ ਜਰਾ। ਇਸ ਕਰਕੇ ਗੁਰਦੁਆਰਾ ਸਾਹਿਬ ਸ਼ਬਦ ਦੀ ਵਿਚਾਰ ਕਰਨ ਵਾਸਤੇ ਹੈ। ਇਹ ਗੁਰਦੁਆਰਾ ਸਾਹਿਬ ਇਹ ਨਹੀਂ ਵੀ 50-50 100 ਪਾਠ ਪ੍ਰਕਾਸ਼ ਕਰ ਲਿਆ, ਅੱਧ ਮੀਚੀਆਂ ਜਿਹੀਆਂ ਅੱਖਾਂ 'ਤੇ ਇੱਦਾਂ ਕਰ ਦੱਸਣਾ ਪੈਂਦਾ। ਕੋਤਰੀ ਚੱਲਦੀ ਹੈ ਬਾਬਿਆਂ ਦੇ, ਆ ਜਾਓ ਭਾਈ ਭੋਗ ਦੀ ਤਿਆਰੀ ਹੈ, ਪੈ ਗਿਆ ਭੋਗ ਤਾਂ ਤੇ ਇਹਨਾਂ ਇਹ ਕੰਮ ਚਲਾਏ ਨੇ। ਅਤੇ ਕੱਲ੍ਹ ਪ੍ਰਸ਼ਨ ਪੁੱਛਿਆ ਕਿ ਇਹਨੇ ਸਟੇਜ 'ਤੇ ਵੀ ਦੱਸ ਦੇਵਾਂ, ਸੰਪਟ ਪਾਠ ਠੱਗੀ ਹੈ, ਕਿਉਂਕਿ ਗੁਰਬਾਣੀ ਕੋਈ ਜਾਦੂ ਟੂਣਾ ਨਹੀਂ, ਗੁਰਬਾਣੀ ਕੀ ਹੈ? ਜੀਵਨ ਜਾਚ, ਵੇ ਆਫ ਲਾਈਫ, ਕਿਵੇਂ ਜੀਵਨ ਜਿਉਣਾ ਅਤੇ ਕਿਵੇਂ ਪਰਮਾਤਮਾ ਨਾਲ ਜੁੜਨਾ, ਦੋਨੇ ਗੱਲਾਂ ਗੁਰਬਾਣੀ ਦੱਸਦੀ ਹੈ। ਲਿਖਿਆ ਨਾ ਬਾਣੀ ਦੇ ਵਿੱਚ, ਕੋਟ ਪੁੰਨ ਸੁਣ ਹਰ ਕੀ ਬਾਣੀ, ਕੋਟ ਫਲਾਂ ਗੁਰ ਤੇ ਵਿਦ ਜਾਣੀ। ਕਰੋੜਾਂ ਫਲ ਕੀ ਹੁੰਦਾ ਜੀ ਬਾਣੀ ਦਾ? ਫਲ ਕਿਸ ਰੂਪ 'ਚ ਮਿਲਦਾ ਬਾਣੀ ਦਾ? ਗੁਰ ਤੇ ਵਿਦ ਜਾਣੀ, ਇਹੀ ਕਰੋੜਾਂ ਫਲ ਹੈ। ਕੋਟ ਫਲਾਂ ਗੁਰ ਤੇ ਵਿਦ ਦਾ ਅਰਥ ਕੀ ਹੁੰਦਾ? ਵਿਧੀ, ਜੁਗਤ, ਢੰਗ, ਤਰੀਕਾ, ਮੈਥਡ, ਟੈਕਨੀਕ। ਗੁਰੂ ਤੋਂ ਸਾਨੂੰ ਵਿਧੀ ਪਤਾ ਲੱਗ ਗਈ ਬਾਣੀ ਸੁਣ ਕੇ ਸਮਝ ਕੇ, ਵੀ ਜੀਵਨ ਕਿਵੇਂ ਜਿਉਣਾ, ਮਾਲਕ ਜੀ ਨਾਲ ਕਿਵੇਂ ਜੁੜਨਾ, ਇਹੀ ਗੁਰਬਾਣੀ ਦਾ ਕਰੋੜਾਂ ਫਲ ਹੈ। ਬਾਣੀ ਕੋਈ ਜਾਦੂ ਟੂਣਾ ਥੋੜ੍ਹਾ ਹੈ। ਇਹ ਤੰਤਰ ਸ਼ਾਸਤਰ ਦੀ ਨਕਲ ਹੈ ਸੰਪਟ ਪਾਠ, ਤੰਤਰ ਸ਼ਾਸਤਰ ਦੀ ਨਕਲ ਹੈ, ਗੁਰਬਾਣੀ ਕੋਈ ਜਾਦੂ ਟੂਣਾ ਨਹੀਂ। ਅਤੇ ਜੇ ਕਿਤੇ ਇੱਦਾਂ ਹੀ ਜਿਹੜੇ ਕਹਿ ਦਿੰਦੇ ਆ ਇਹ ਸੰਪਟ ਪਾਠ, ਇਹ ਤਾਂ ਬੜੀ ਸ਼ਕਤੀ, ਇਹ ਤਾਂ ਬੜੇ ਮਸਲੇ ਹੱਲ ਹੋ ਜਾਂਦੇ ਆ, ਉੱਥੇ ਸਾਡੇ ਪੰਜਾਬ 'ਚ ਮੈਂ ਕਈ ਬਾਬਿਆਂ ਨੂੰ ਚੈਲੰਜ ਕੀਤਾ ਵੀ ਕਿੰਨੇ ਸਮੇਂ ਤੋਂ ਲੈ ਕੇ ਨੌਜਵਾਨ ਜੇਲ੍ਹਾਂ 'ਚ ਰੁਲ ਰਹੇ ਹੈ, ਕਿੰਨੇ ਸਮੇਂ ਤੋਂ ਸਾਡੇ ਮਸਲੇ ਲਟਕੇ ਪਏ ਹੈ, ਬਾਬਿਓ ਕਿੰਨੇ ਸੰਪਟ ਪਾਠ ਕਰਕੇ ਮਸਲੇ ਹੱਲ ਹੋ ਜਾਣਗੇ, ਸਾਨੂੰ ਦੱਸੋ, ਅਸੀਂ ਖਰਚਾ ਕਰ ਦਿਆਂਗੇ। ਪੁੱਛਿਆ ਉਹਨਾਂ ਨੂੰ, ਪਰ ਲਿਖਤ ਕਰਨੀ ਪਊਗੀ ਪਹਿਲਾਂ, ਭੱਜ ਗਏ ਸਾਹਿਬ। ਕਿੰਨੇ ਸਾਲਾਂ ਤੋਂ ਲੈ ਕੇ ਸਾਡੇ ਮਸਲੇ ਉਲਝੇ ਪਏ ਨੇ, ਇਹ ਕਹਿੰਦੇ ਜੀ ਸੰਪਟ ਪਾਠ ਜਿਹੜਾ ਮਰਜ਼ੀ ਮਸਲਾ ਹੱਲ ਕਰ ਲਓ। ਇਸ ਕਰਕੇ ਅਸੀਂ ਇਹ ਮਨਮੱਤਾਂ ਤੋਂ ਬਚਣਾ ਹੈ। ਇਹ ਜਾਨੀ ਕਿ ਮਨਮੱਤਾਂ ਸ਼ੁਰੂ ਹੋਈਆਂ, ਜਾਂ ਫਿਰ ਹੁਣ ਪਿੱਛੋਂ ਤੋਂ ਲਾਈਏ ਤਾਂ ਆਪਾਂ ਫਿਰ ਉਸ ਤੋਂ ਬਾਅਦ ਤੁਹਾਨੂੰ ਪਤਾ ਹੈ ਨਰੈਣੂ ਨੇ ਤਾਂ ਜਾਨੀ ਕਿ ਗੁਰੂ ਘਰਾਂ 'ਚ ਗੰਦ ਹੀ ਪਾਇਆ। ਨਨਕਾਣਾ ਸਾਹਿਬ ਤੁਹਾਨੂੰ ਪਤਾ ਕਿਵੇਂ ਸਿੰਘਾਂ ਨੇ ਫਿਰ ਖੂਨ ਡੋਲ ਕੇ ਨਰੈਣੂ ਦਾ ਪਾਇਆ ਹੋਇਆ, ਜਾਨੀ ਕਿ ਕੁਕਰਮਾਂ ਦਾ ਗੰਦ ਆਪਣੇ ਖੂਨ ਨਾਲ ਧੋਤਾ ਸਿੰਘਾਂ ਨੇ। ਧੰਨੋ ਮਹਾਨ ਸ਼ਹੀਦ, ਖੂਨ ਨਾਲ ਧੋਤਾ ਗੰਦ ਇਹਨਾਂ ਦਾ ਪਾਇਆ ਹੋਇਆ। ਤਰਨਤਾਰਨ ਸਾਹਿਬ ਪਾਇਆ ਗੰਦ ਕਿਵੇਂ, ਤੁਹਾਨੂੰ ਪਤਾ ਹੈ ਪਹਿਲੇ ਸ਼ਹੀਦ ਜਾਨੀ ਕਿ ਗੁਰਦੁਆਰਾ ਸੁਧਾਰ ਲਹਿਰ ਦੇ ਨਾਂ ਦੋਨਾਂ ਦੇ, ਹੁਕਮ ਸਿੰਘ ਅਤੇ ਹਜ਼ਾਰਾ ਸਿੰਘ। ਠੀਕ ਬੋਲਿਆ ਮੈਂ? ਕਈ ਵਾਰੀ ਨਹੀਂ ਯਾਦ ਰਹਿੰਦੇ ਨਾ ਤੁਹਾਡਾ। ਹੁਕਮ ਸਿੰਘ, ਹਾਂ ਚਲੋ, ਹੁਕਮ ਸਿੰਘ ਅਤੇ ਹਜ਼ਾਰਾ ਸਿੰਘ। ਤਾਂ ਤੇ ਉੱਥੇ ਕਿੰਨਾ ਜਾਨੀ ਕਿ ਗੱਲ ਚੱਲੀ ਸੀ ਵੀ ਮਨਮੱਤਾਂ ਦੇ ਨਾਲ ਕੁਕਰਮ ਵੀ ਜਾਨੀ ਕਿ ਹੁੰਦੇ ਰਹੇ ਪਿਛਲੇ ਸਮਿਆਂ ਦੇ ਵਿੱਚ। ਤਾਂ ਤੇ ਇੱਥੋਂ ਤੱਕ ਦੱਸਦੇ ਨੇ, ਕਹਿੰਦੇ ਤਰਨਤਾਰਨ ਦੇ ਸਰੋਵਰ ਦੇ ਵਿੱਚ ਪੁਜਾਰੀ ਜਾਨੀ ਕਿ ਉਸ ਵੇਲੇ ਸ਼ਰਾਬ ਦੀਆਂ ਬੋਤਲਾਂ ਠੰਡੀਆਂ ਕਰਦੇ ਰਹੇ, ਪ੍ਰਕਰਮਾਂ 'ਚ ਬੋਲੀਆਂ ਪੈਂਦੀਆਂ, ਕਹਿੰਦੇ ਛੇੜਖਾਨੀਆਂ ਹੁੰਦੀਆਂ, ਗੁਲੇਲੇ ਮਾਰੇ ਜਾਂਦੇ ਧੀਆਂ ਭੈਣਾਂ ਦੇ। ਇੱਥੋਂ ਤੱਕ ਦਾ ਜਾਨੀ ਕਿ ਮਾਹੌਲ ਦੇ ਵਿੱਚੋਂ ਸਾਨੂੰ ਲੰਘਣਾ ਪਿਆ। ਉਹ ਪਿੱਛੋਂ ਤੋਂ ਜਾਨੀ ਜਿਹੜਾ ਗੈਪ ਪੈ ਗਿਆ ਨਾ, ਉਹਨੇ ਸਾਨੂੰ ਜਾਨੀ ਕਿ ਸਾਡਾ ਬਹੁਤ ਨੁਕਸਾਨ ਕੀਤਾ। ਫਿਰ ਤੁਹਾਨੂੰ ਪਤਾ ਹੈ ਹਰਿਮੰਦਰ ਸਾਹਿਬ ਦੀ ਪ੍ਰਕਰਮਾਂ ਦੇ ਵਿੱਚ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਲੱਗੀਆਂ ਹੁੰਦੀਆਂ ਸੀ, ਜੋ ਭਾਈ ਕਾਹਨ ਸਿੰਘ ਨਾਭਾ ਹੋਰਾਂ ਨੇ ਚੁਕਾਈਆਂ, ਪਤਾ ਤੁਹਾਨੂੰ ਇਸ ਗੱਲ ਦਾ। ਅਤੇ ਇੱਥੋਂ ਤੱਕ ਜਾਤੀਵਾਦ ਵਧਾ ਦਿੱਤਾ ਸੀ ਕਿ ਇੱਕ ਜਾਨੀ ਕਿ ਸਾਈਡ ਫਿਕਸ ਕਰਤੀ ਸੀ ਵੀ ਇੱਥੇ ਇਸ਼ਨਾਨ ਕਰ ਸਕਦੇ ਆ ਤਾਂ ਚੌਥੇ ਪੌੜੇ ਵਾਲੇ ਹੈ। ਜਾਤੀਵਾਦ ਦੇਖੋ ਗੁਰੂ ਘਰ ਵਿੱਚ, ਜਦ ਕਿ ਜਾਤੀ ਦੇ ਹੰਕਾਰ ਨੂੰ ਥਾਂ ਨਹੀਂ ਕੋਈ। ਚਲੋ ਉਸ ਤੋਂ ਬਾਅਦ ਜਾਨੀ ਕਿ ਸਾਰਾ ਕੁਛ ਚਲੋ ਠੀਕ ਹੋਇਆ। ਤਾਂ ਤੇ ਗੱਲ ਚੱਲੀ ਸੀ ਇੱਦਾਂ ਗੁਰੂ ਘਰਾਂ 'ਚ ਹੁੰਦੀਆਂ ਮਨਮੱਤਾਂ ਤੋਂ ਅਸੀਂ ਸੁਚੇਤ ਹੋਣਾ। ਅਤੇ ਅੱਜ ਦਾ ਸਮਾਂ ਕ੍ਰਮ ਹੋਰ ਦੇ ਜਾਵਾਂ, ਅੱਜ ਜਾਨੀ ਕਿ ਤਖ਼ਤਾਂ ਦੇ ਉੱਤੇ ਵੀ ਵਿਗੜੇ ਹੋਏ ਪੁਜਾਰੀਆਂ ਨੇ ਮਨਮੱਤਾਂ ਫੈਲਾ ਦਿੱਤੀਆਂ। ਇਹ ਪੁਜਾਰੀ 'ਤੇ ਪਹਿਲਾਂ ਮੈਂ ਇੱਕ ਗੱਲ ਕਹਿ ਦਿਆਂ, ਫਿਰ ਅੱਗੇ ਤੁਰਾਂਗੇ, ਕਿਉਂਕਿ ਹਰ ਇੱਕ ਸ਼ੰਕਾ ਦੂਰ ਹੋ ਜਾਂਦਾ। ਇੱਕ ਤਾਂ ਜਾਨੀ ਕਿ ਗੁਰੂ ਦਾ ਆਗਿਆਕਾਰੀ ਹੈ, ਜਿਵੇਂ ਗ੍ਰੰਥੀ ਸਿੰਘ ਹੈ, ਕੀਰਤਨੀ ਜਥਾ ਹੈ, ਕੋਈ ਵੀ ਹੈ, ਪ੍ਰਚਾਰਕ ਹੈ। ਹੁਣ ਗ੍ਰੰਥੀ ਸਿੰਘ ਮੰਨ ਲਓ ਗੁਰੂ ਦਾ ਆਗਿਆਕਾਰੀ ਹੈ, ਬਾਣੀ ਦੀ ਸਹੀ ਜਾਣਕਾਰੀ ਆਪ ਰੱਖਦਾ, ਸੰਗਤ ਨੂੰ ਸਹੀ ਜਾਣਕਾਰੀ ਦਿੰਦਾ। ਉਹ ਗ੍ਰੰਥੀ ਸਿੰਘ ਪੁਜਾਰੀ ਨਹੀਂ, ਸਪਸ਼ਟ ਕਰਨੀ ਪੈਂਦੀ ਜੀ ਹਰ ਗੱਲ। ਉਹ ਕੀ ਹੈ? ਉਹਨੂੰ ਤੁਸੀਂ ਪੱਕਾ ਸੇਵਾਦਾਰ ਕਹਿ ਸਕਦੇ ਹੋ, ਫੁੱਲ ਟਾਈਮ ਵਰਕਰ। ਆਪ ਜੀ ਸਮਝ ਗਏ ਨਾ, ਫੁੱਲ ਟਾਈਮ ਵਰਕਰ ਹੋਣ ਦੇ ਨਾਤੇ ਉਹਨੂੰ ਚੰਗੀਆਂ ਸਹੂਲਤਾਂ, ਚੰਗੀ ਤਨਖਾਹ ਮਿਲੇ, ਕਿਉਂਕਿ ਮਾਇਆ ਗੁਜਰਾਨ ਹੈ, ਤਾਂ ਕਿ ਚੰਗੇ ਸਿੰਘ ਡਿਊਟੀ ਕਰਦੇ ਰਹਿਣ।
ਚੰਗੇ ਸਿੰਘ ਇੱਕ ਹੁੰਦਾ ਜਾਨੀ ਕਿ ਵਿਗੜਿਆ ਹੋਇਆ ਪੁਜਾਰੀ, ਉਹ ਕੀ, ਜਿਹੜਾ ਕਿ ਆਪਣੀ ਪੂਜਾ ਭੇਟਾ ਵਾਸਤੇ ਪਖੰਡ ਫੈਲਾਉਂਦਾ, ਜਿਹੜਾ ਪਖੰਡ ਫੈਲਾਉਂਦਾ ਆਪਣੀ ਪੂਜਾ ਭੇਟਾ ਵਾਸਤੇ, ਗੁੰਮਰਾਹ ਕਰਕੇ ਲੋਕਾਂ ਨੂੰ ਲੁੱਟਦਾ। ਤਾਂ ਤੇ ਇਹਨਾਂ ਦੋਨੇ ਗੱਲਾਂ ਨੂੰ ਅਸੀਂ ਸਮਝਣ ਦੀ ਕੋਸ਼ਿਸ਼ ਕਰਨੀ ਹੈ, ਦੋਨੇ ਨੁਕਤਿਆਂ ਨੂੰ ਸਮਝਣਾ। ਹੁਣ ਵਿਗੜੇ ਪੁਜਾਰੀ ਭਾਵ ਜਿਹੜੇ ਗੰਦ ਪਾਉਂਦੇ ਨੇ, ਗੁਰੂ ਘਰਾਂ ਦੇ ਵਿੱਚ ਪਖੰਡ ਫੈਲਾਉਂਦੇ ਹੈ, ਆਪਣੀ ਆਮਦਨ ਵਧਾਉਣ ਵਾਸਤੇ ਕਰਮਕਾਂਡ ਸ਼ੁਰੂ ਕਰਦੇ ਹੈ, ਜਿਵੇਂ ਕੋਤਰੀਆਂ ਸੰਪਟ ਪਾਠ, ਇਹ ਪੁਜਾਰੀਆਂ ਦੇ। ਅਤੇ ਪੁਜਾਰੀ ਕੌਣ ਹੈ? ਜਿਹੜਾ ਨਕਲੀ ਜਿਹਾ ਬਾਬਾ ਅੰਦਰ ਬੈਠਾ ਹੀ, ਹੁਣ ਉੱਥੋਂ ਮੈਂ ਇੰਡੀਆ ਵਾਲੀ ਕਰੰਸੀ 'ਚ ਹੀ ਬੋਲਦਾ ਹੁੰਦਾ ਕਿ ਉਹ ਸਾਡੇ ਫਿਰ ਜਵਾਨ ਉਹੀ ਕਰੰਸੀ ਚੜ੍ਹੀ ਆ ਨਾ, ਅੰਦਰ ਬੈਠੇ ਹੀ ਕਰਾ ਦਿੰਦਾ ਜਮਾ 31,000 ਜਾਂ 51,000। ਉਹਨੇ ਇੰਨੇ ਹੀ ਦੱਸਣਾ ਵੀ ਬਸ ਤੁਸੀਂ ਆਹ ਪੰਕਤੀ ਲਾਉਣੀ ਔਖੀ ਘੜੀ ਨਾਲ ਦੇਖਣ ਦੇ, ਜਾਂ ਤੁਸੀਂ ਆਹ ਸ਼ਬਦ ਲਾਉਣੇ, ਆਹ 31,000 ਜਮ੍ਹਾਂ ਕਰਾ ਲਿਆ ਨਾ, 6,000 ਤੇ ਠੇਕੇ ਦੇ ਦਿੱਤਾ ਗਾਹਾਂ ਪਾਠ, 6,000 ਤੇ ਠੇਕੇ ਤੇ ਗਾਹਾਂ ਦੇਤਾ, 25,000 ਵਿੱਚੋਂ ਡੁੱਕ ਲਿਆ। ਭਾਵ ਕਿ ਉਹ ਬਾਬਾ ਤਾਂ ਪਾਠ ਵੀ ਨਹੀਂ ਕਰਦਾ, ਹੁਣ ਉਹ 6,000 ਉਹ ਗ੍ਰੰਥੀ ਸਿੰਘਾਂ ਨੇ ਤਾਂ ਆਪਣੀ ਡਿਊਟੀ ਲਾ ਕੇ ਗੁਜਰਾਨ ਲਿਆ, ਪੁਜਾਰੀ ਤਾਂ ਉਹ ਕਮਰੇ 'ਚ ਬੈਠਾ ਬਾਬਾ ਜੀ ਨੇ ਵਿੱਚੋਂ 25,000 ਡੁੱਕ ਲਿਆ, 6,000 ਤੇ ਠੇਕੇ 'ਤੇ ਦੇ ਕੇ। ਅਤੇ ਉਹਨੂੰ ਕੀ ਕਿਹਾ ਜਾਂਦਾ, ਸਾਡੇ ਜਿਹੜੇ ਜਿਹਨਾਂ ਨੂੰ ਨਹੀਂ ਗਿਆਨ, ਕਹਿੰਦੇ ਸਾਡੇ ਮਹਾਂਪੁਰਖ ਹੈ,